सत प्यारी। जुग हो जुग अटल शब्द ब्रह्म सतगुरु धन गुरु ग्रंथ साहिब सच्चे पातशाह जी दी पावन पवित्र हाजूरी अंदर जुड़ बैठी साध संगत गुरमत विचारां दी आरंभता तो पहला गुरु बाबा जी दी बख्शिश फतेह प्रवानो। वाहिगुरु जी का खालसा वाहिगुरु जी की फतेह। धन गुरु ग्रंथ साहिब सच्चे पातशाह जी दी बख्शी सदका पिछले जो 2 ਐਤਵਾਰ ਦੇ ਦੀਵਾਨ ਸਨ ਉਹਨਾਂ ਦੇ ਵਿੱਚ ਆਪਾਂ ਸਮਝਣ ਦਾ ਯਤਨ ਕਰ ਰਹੇ ਸੀ ਕਿ ਜ਼ਾਹਿਰ ਪੀਰ ਜਗਤ ਗੁਰੂ ਬਾਬਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਸਾਨੂੰ ਇਲਾਹੀ ਬਾਣੀ ਦੇ ਰਾਹੀਂ ਅੰਮ੍ਰਿਤ ਬਾਣੀ ਦੇ ਰਾਹੀਂ ਆਈਡੀਓਲੋਜੀ ਦੀ ਦਾਤ ਬਖਸ਼ਿਸ਼ ਕੀਤੀ ਹੈ, ਜਿਹਨੂੰ ਆਪਾਂ ਸਿੱਖੀਜ਼ਮ ਕਹਿੰਦੇ ਹਾਂ। ਸਾਰੀ ਸਿੱਖ ਧਰਮ ਦੀ ਵਿਚਾਰਧਾਰਾ ਹੈ ਜਿਹਦੇ ਵਿੱਚ ਆਪਾਂ ਅਕਾਲ ਪੁਰਖ ਵਾਹਿਗੁਰੂ ਦਾ ਕਨਸੈਪਟ ਸਮਝਣ ਦਾ ਯਤਨ ਕੀਤਾ ਤੇ ਮੂਲ ਮੰਤਰ ਦੀ ਸੰਖੇਪ ਵਿਆਖਿਆ ਤੇ ਜਪਜੀ ਸਾਹਿਬ ਦਾ ਪਹਿਲਾ ਸ਼ਲੋਕ ਆਦ ਸੱਚ ਜੁਗਾਦ ਸੱਚ ਇੱਥੋਂ ਤੱਕ ਆਪਾਂ ਵਿਚਾਰ ਕੀਤੀ ਹੈ। ਅੱਜ ਦਾ ਜਿਹੜਾ ਦੀਵਾਨ ਹੈ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਦੇ ਅੰਦਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋ ਸਾਨੂੰ ਜ਼ਿੰਦਗੀ ਦਾ ਮਕਸਦ ਦੇ ਰਹੇ ਨੇ, ਜਿਹਦੇ ਵਿੱਚ ਅਸੀਂ ਰੋਜ਼ ਪੜ੍ਹਦੇ ਹਾਂ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਇਸ ਪੌੜੀ ਦੇ ਵਿੱਚ ਸਾਰੇ ਵਿਦਵਾਨ ਸਹਿਮਤ ਨੇ ਕਿ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਮਨੁੱਖਤਾ ਦੇ ਸਾਹਮਣੇ ਸਭ ਤੋਂ ਵੱਡਾ ਜਿਹੜਾ ਸਵਾਲ ਹੈ ਕਿ ਬੰਦਾ ਸਚਿਆਰ ਕਿਵੇਂ ਹੋ ਸਕਦਾ ਹੈ। ਕਿਵ ਸਚਿਆਰਾ ਹੋਈ ਹੈ। ਸਚਿਆਰਾ ਦਾ ਮਤਲਬ ਹੈ ਸੱਚ ਦੇ ਪ੍ਰਕਾਸ਼ ਹੋਣ ਦੇ ਯੋਗ। ਬੰਦੇ ਦੇ ਅੰਦਰ ਜੋ ਅਕਾਲ ਪੁਰਖ ਵਾਹਿਗੁਰੂ ਦਾ ਰੱਬੀ ਗਿਆਨ ਹੈ ਉਹ ਪ੍ਰਗਟ ਹੋ ਜਾਏ ਤੇ ਉਹਦੇ ਮੁਤਾਬਕ ਇਹ ਬੰਦਾ ਚੱਲ ਕੇ ਕਰਮ ਕਰਨ ਲੱਗ ਪਏ ਤੇ ਸੱਚਾ ਸੁੱਚਾ ਇਨਸਾਨ ਕਿਵੇਂ ਬਣ ਸਕਦਾ ਹੈ। ਕਿਵ ਕੂੜਾ ਟੁੱਟੈ ਪਾਲ ਤੇ ਇਹਦੇ ਅੰਦਰ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਜਿਹੜੇ ਹੱਦ ਤੋਂ ਜ਼ਿਆਦਾ ਵਧੀ ਹੋਈ ਜਿਹੜੀ ਮਾਇਆ ਦਾ ਪ੍ਰਭਾਵ ਹੈ, ਜਿਹਨੂੰ ਗੁਰਬਾਣੀ ਦੇ ਵਿੱਚ ਇਸ ਤਰ੍ਹਾਂ ਵੀ ਵਿਆਖਿਆ ਕੀਤੀ ਗਈ ਹੈ, ਇਹਦੇ ਅੰਦਰੋਂ ਕਿਵੇਂ ਕੂੜ ਦੀ ਕੰਧ ਪਾਲ ਜਾਂ ਬੰਦਾ ਕਾਫੀ ਇਸ ਦੁਨੀਆ ਦੇ ਅੰਦਰ ਵਿਕਾਰਾਂ ਦੇ ਅਧੀਨ ਦੁਨੀਆ ਨਾਲ ਛਲ ਕਪਟ ਕਰਦਾ ਹੈ, ਅੰਦਰੋਂ ਹੋਰ ਤੇ ਬਾਹਰੋਂ ਹੋਰ ਕਿਸਮ ਦਾ ਹੁੰਦਾ ਹੈ। ਇਸ ਹਰ ਕਿਸਮ ਦੀ ਕੰਧ ਕੂੜ ਦੀ ਪਾਲ ਇਹਦੇ ਅੰਦਰੋਂ ਟੁੱਟ ਕਿਵੇਂ ਸਕਦੀ ਹੈ, ਇਹ ਸਵਾਲ ਹੈ। ਸਭ ਤੋਂ ਪਹਿਲਾਂ ਇਹ ਸਵਾਲ ਦਾ ਆਨਸਰ ਕਰਨ ਤੋਂ ਪਹਿਲਾਂ, ਔਰ ਇਹ ਸਵਾਲ ਕੇਵਲ ਧਰਮ ਦਾ ਹੀ ਨਹੀਂ ਹੈ, ਆਮ ਜਿਹੜੇ ਨੌਨ ਬਲੀਵਰ ਨੇ ਏਥਿਸਟ ਲੋਕ ਨੇ ਰੱਬ ਨੂੰ ਨਹੀਂ ਮੰਨਦੇ, ਅਸਲ ਦੇ ਵਿੱਚ ਉਹਨਾਂ ਦਾ ਵੀ ਸੁਸਾਇਟੀ ਦੇ ਅੰਦਰ ਰਹਿੰਦਿਆਂ ਹੋਇਆਂ ਚੰਗਾ ਇਨਸਾਨ ਬਣਨਾ ਬੜਾ ਜ਼ਰੂਰੀ ਹੈ। ਹਿਊਮੈਨਿਟੇਰੀਅਨ ਵੈਲਿਊਜ਼ ਨੂੰ ਅਪਣਾਉਣਾ ਹਰ ਬੰਦੇ ਦੇ ਲਈ ਨੈਸੈਸਰੀ ਹੈ। ਅਸਲ ਦੇ ਵਿੱਚ ਉਸ ਤੋਂ ਬਿਨਾਂ ਸੁਸਾਇਟੀ ਨੂੰ ਰਨ ਨਹੀਂ ਕੀਤਾ ਜਾ ਸਕਦਾ। ਸਭ ਤੋਂ ਪਹਿਲੀ ਗੱਲ ਕਿ ਬੰਦੇ ਨੇ ਸਚਿਆਰਾ ਬਣਨਾ ਹੀ ਕਿਉਂ ਹੈ, ਇਹ ਸਵਾਲ ਪੈਦਾ ਹੁੰਦਾ ਹੈ। ਇਹਦੇ ਬਾਰੇ ਜ਼ਿਕਰ ਹੈ ਕਿ ਹਿਊਮੈਨਿਟੀ ਦਾ ਜੇ ਐਵੋਲਿਊਸ਼ਨ ਥਿਊਰੀ ਦੇ ਮੁਤਾਬਕ ਹਿਸਟਰੀ ਪੜ੍ਹੀ ਜਾਏ ਤੇ 10-12 ਹਜ਼ਾਰ ਸਾਲ ਪਹਿਲਾਂ ਤੱਕ ਨਾ ਬੰਦਾ ਆਮ ਜਾਨਵਰਾਂ ਦੀ ਤਰ੍ਹਾਂ ਜੰਗਲਾਂ ਦੇ ਵਿੱਚ ਰਹਿੰਦਾ ਸੀ ਤੇ ਜੰਗਲਾਂ ਦੇ ਵਿੱਚ ਰਹਿੰਦਿਆਂ ਹੋਇਆਂ ਕਿਉਂਕਿ ਬੰਦਾ ਸੁਸਾਇਟੀ ਦਾ ਮੈਂਬਰ ਨਹੀਂ ਸੀ, ਅਜੇ ਸੁਸਾਇਟੀ ਹਿਊਮਨ ਬੀਇੰਗ ਨੇ ਕ੍ਰੀਏਟ ਨਹੀਂ ਸੀ ਕੀਤੀ, ਇਹ ਸਟਰਕਚਰ ਤਿਆਰ ਨਹੀਂ ਸੀ ਹੋਇਆ, ਉਦੋਂ ਟੋਟਲੀ ਬੰਦਾ ਆਜ਼ਾਦ ਸੀ, ਜਿਵੇਂ ਚਾਹੁੰਦਾ ਸੀ ਉਸ ਤਰ੍ਹਾਂ ਰਹਿ ਸਕਦਾ ਸੀ।
ਜਿਹਨੂੰ ਕੁਝ ਵਿਦਵਾਨਾਂ ਨੇ ਜਿਵੇਂ ਥਾਮਸ ਹੌਬਸ, ਜੌਹਨ ਲੋਕ ਵਰਗਿਆਂ ਨੇ ਕਿਹਾ ਸਟੇਟ ਆਫ ਨੇਚਰ, ਵੀ ਬੰਦਾ ਉਦੋਂ ਨਾ ਬੁਰੇ ਭਲੇ ਦਾ ਸੋਸਾਇਟੀ ਦੇ ਵਿੱਚ ਕਨਸੈਪਟ ਪੈਦਾ ਹੋਇਆ, ਚੰਗੇ ਮਾੜੇ ਦਾ ਕੋਈ ਕਨਸੈਪਟ ਨਹੀਂ ਹੈ। ਬੰਦਾ ਕੇਵਲ ਸਰਵਾਈਵ ਕਰਨ ਦੇ ਲਈ, ਜੀਣ ਦੇ ਲਈ ਯਤਨ ਕਰ ਰਿਹਾ ਹੈ, ਤੇ ਜੋ ਉਹਨੂੰ ਚੰਗਾ ਲੱਗਦਾ ਹੈ ਕਿਉਂਕਿ ਉਹ ਟੋਟਲੀ ਪ੍ਰਕਿਰਤੀ ਨੇਚਰ ਦੇ ਉੱਤੇ ਡਿਪੈਂਡ ਖਾ ਸਕਦਾ ਹੈ, ਤੇ ਜਿਹੜੀਆਂ ਉਹਦੇ ਅੰਦਰ ਭੁੱਖਾਂ ਪੈਦਾ ਹੁੰਦੀਆਂ ਉਹਨਾਂ ਨੂੰ ਪੂਰੀਆਂ ਕਰ ਸਕਦਾ, ਤੇ ਕਿਸੇ ਲਈ ਉਹ ਰਿਸਪੌਂਸੀਬਲ ਨਹੀਂ ਹੈ। ਤੇ ਅਸਲ ਦੇ ਵਿੱਚ ਵਿਚ ਇਜ਼ ਕਾਲਡ ਸਟੇਟ ਆਫ ਨੇਚਰ, ਉਹ ਸਟੇਟ ਆਫ ਨੇਚਰ ਦੇ ਵਿੱਚ ਰਹਿ ਰਿਹਾ। ਪਰ ਜਦੋਂ ਬੰਦੇ ਨੇ ਐਗਰੀਕਲਚਰ ਰੈਵੋਲਿਊਸ਼ਨ ਆਇਆ, ਇੱਕ ਥਾਂ ਤੇ ਰਹਿਣਾ ਸ਼ੁਰੂ ਕੀਤਾ, ਪਿੰਡਾਂ ਦੇ ਵਿੱਚ, ਬਸਤੀਆਂ ਦੇ ਵਿੱਚ, ਸ਼ਹਿਰਾਂ ਦੇ ਵਿੱਚ, ਕਿਉਂਕਿ ਹੁਣ ਬੰਦੇ ਨੇ ਦੂਸਰਿਆਂ ਨਾਲ ਇੰਟਰੈਕਸ਼ਨ ਕਰਨਾ ਸੀ। ਉਦੋਂ ਫਿਰ ਕੁਝ ਅਸੂਲ ਸੁਸਾਇਟੀ ਨੂੰ ਰਨ ਕਰਨ ਦੇ ਲਈ ਘੜੇ ਗਏ, ਵੀ ਆ ਝੂਠ ਨਹੀਂ ਬੋਲਣਾ ਤਾਂ ਕਿ ਦੂਜੇ ਨਾਲ ਧੋਖਾ ਨਾ ਹੋਵੇ, ਤੇ ਵਿਕਾਰ ਹੱਦ ਤੋਂ ਜ਼ਿਆਦਾ ਵਧੇ ਨਹੀਂ ਹੋਣੇ ਕਿਉਂਕਿ ਦੂਜੇ ਦੀ ਇੱਜ਼ਤ ਆਬਰੂ ਨੂੰ ਹੱਥ ਨਾ ਪਾਇਆ ਜਾ ਸਕੇ। ਤੇ ਉਸ ਸਮੇਂ ਕੁਝ ਸੁਸਾਇਟੀ ਨੂੰ ਰਨ ਕਰਨ ਦੇ ਲਈ ਅਸਲ ਦੇ ਵਿੱਚ ਅਸੂਲ ਘੜਨ ਦੀ ਬੜੀ ਜ਼ਰੂਰਤ ਸੀ, ਤੇ ਹਿਊਮਨ ਬੀਇੰਗ ਨੇ ਉਹ ਘੜੇ ਨੇ। ਤੇ ਇਹਦੇ ਵਿੱਚ ਆਉਣ ਵਾਲੇ ਉਸ ਤੋਂ ਬਾਅਦ ਸਮਾਂ ਜਿਵੇਂ ਲੰਘਦਾ ਗਿਆ, ਤੇ ਕੁਝ ਰਾਜੇ ਜਿਹੜੇ ਆਮ ਕਰਕੇ ਲੋਕਾਂ ਦੇ ਉੱਤੇ ਕਾਬਜ਼ ਹੋ ਕੇ, ਕੁਝ ਬੰਦੇ ਲੈ ਕੇ, ਤੇ ਉਹਨਾਂ ਦੇ ਆਪਣੇ ਮੋਨਾਰਕੀ ਸਿਸਟਮ ਪੈਦਾ ਹੋਇਆ। ਫਿਰ 7000 ਸਾਲ ਪਹਿਲਾਂ ਨਾ ਕੁਦਰਤ ਦੇ ਵਿੱਚ ਇੱਕ ਰੱਬ ਦਾ ਕਨਸੈਪਟ ਪੈਦਾ ਹੋਇਆ, ਤੇ ਉਹ ਰੱਬ ਦੇ ਨਾਲ ਸਾਰੇ ਗੁਣ ਤੇ ਉਹਨੂੰ ਪ੍ਰਵਾਨ ਹੋਣ ਦੇ ਲਈ ਕੁਝ ਅਸੂਲਾਂ ਦੀ ਜਿਹੜੀ ਗੱਲ ਪ੍ਰੋਫਿਟਸ ਲੋਕਾਂ ਨੇ ਕੀਤੀ ਹੈ। ਜੂਡਿਜ਼ਮ ਦੇ ਵਿੱਚ ਖਾਸ ਕਰਕੇ ਇੱਕ ਰੱਬ ਦਾ ਵੈਸਟ ਦੇ ਵਿੱਚ ਜਿਹੜਾ ਹੋਇਆ, ਤੇ ਦੂਸਰਾ ਇੰਡੀਆ ਦੇ ਵਿੱਚ ਇੱਕ ਬ੍ਰਹਮ ਦਾ ਜਿਹੜਾ ਕਨਸੈਪਟ ਸੀ। ਤੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣਾ ਬੰਦੇ ਦਾ ਮਕਸਦ ਮੰਨਿਆ ਗਿਆ। ਉਹਦੇ ਵਿੱਚ ਵੀ ਅਸੀਂ ਪਿਛਲੇ ਦੀਵਾਨਾਂ ਦੇ ਵਿੱਚ ਸਮਝਣ ਦਾ ਯਤਨ ਕੀਤਾ ਕਿ ਜਿਹੜੇ ਅਸੂਲ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣ ਲਈ ਚਾਹੀਦੇ ਨੇ, ਉਹ ਬੰਦੇ ਨੂੰ ਜ਼ਿੰਦਗੀ ਜਿਉਣ ਲਈ, ਲਿਵ ਐਂਡ ਲੈਟ ਲਿਵ, ਜੀਓ ਤੇ ਜੀਓ ਦੇਣ ਲਈ ਬੜੇ ਜ਼ਰੂਰੀ ਨੇ। ਭਾਵੇਂ ਸੱਚ ਹੋਵੇ, ਸੰਤੋਖ ਹੋਵੇ, ਦਇਆ ਹੋਵੇ, ਧਰਮ ਹੋਵੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਸਾਰੇ ਔਗਣਾਂ ਤੋਂ ਬਚਣਾ ਹੋਵੇ, ਇਹ ਸਾਰੀਆਂ ਬੁਰਾਈਆਂ ਤੋਂ ਬਚਣਾ ਤੇ ਚੰਗੇ ਕੰਮ ਕਰਨੇ ਇਹ ਸੁਸਾਇਟੀ ਲਈ ਜ਼ਰੂਰੀ ਸਨ, ਸੁਸਾਇਟੀ ਨੂੰ ਰਨ ਕਰਨ ਲਈ। ਪ੍ਰੋਫਿਟਸ ਲੋਕਾਂ ਨੇ ਸਾਰੇ ਗੁਣ ਚੰਗੇ ਜਿੰਨੇ ਸਨ ਉਹ ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਬਿਆਨ ਕੀਤੇ ਨੇ। ਉਹ ਬੰਦੇ ਦੇ ਅੰਦਰ ਉਹਦਾ ਸੰਚਾਰ ਕਰਨ ਦੇ ਲਈ ਬੰਦਾ ਨੂੰ ਇੱਕ ਮਕਸਦ ਜਿਹੜਾ ਬਿਆਨ ਕੀਤਾ ਗਿਆ, ਉਹ ਹੈ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣਾ, ਜਿਹਨੂੰ ਅਸੀਂ ਕਹਿੰਦੇ ਆ ਵੀ ਸੱਚਿਆਰਾ, ਸੱਚ ਦੇ ਪ੍ਰਕਾਸ਼ ਹੋਣ ਦੇ ਯੋਗ ਜਿਹੜਾ ਬੰਦਾ ਬਣ ਜਾਏ। ਤੇ ਅਸਲ ਦੇ ਵਿੱਚ ਧਰਮ ਦੇ ਇੰਸਟੀਟਿਊਸ਼ਨ ਨੇ ਜਿਹੜਾ ਗਿਆਨ ਦਿੱਤਾ ਹੈ ਤੇ ਜਿਹੜਾ ਡਿਸਪਲਿਨ ਦਿੱਤਾ ਹੈ, ਉਹ ਕਈ ਗੁਣਾਂ ਦੇ ਵਿੱਚ ਚੰਗਾ, ਖਾਸ ਕਰਕੇ ਜਿਹੜਾ ਗੁਰੂ ਨਾਨਕ ਸਾਹਿਬ ਨੇ ਆਈਡੀਓਲੋਜੀ ਦਿੱਤੀ ਹੈ ਨਾ, ਉਹ ਆਪਣੇ ਆਪ ਦੇ ਵਿੱਚ ਬਾ ਕਮਾਲ ਹੈ। ਜਿਵੇਂ ਐਗਜ਼ਾਮਪਲ ਦੇ ਤੌਰ ਤੇ, ਕਿਉਂਕਿ ਜਿਵੇਂ ਬੰਦੇ ਦੇ ਵਿੱਚ ਇੰਡੀਵਿਜੂਅਲੀ ਤੌਰ ਤੇ ਅਗਿਆਨਤਾ ਹੁੰਦੀ ਹੈ ਨਾ, ਤੇ ਪੂਰੀ ਸੁਸਾਇਟੀ ਵੀ ਕਈ ਵਾਰੀ ਬੜੇ ਪੁੱਠੇ ਕੰਮ ਕਰਨ ਨੂੰ ਹੀ ਪ੍ਰਵਾਨ ਕਰ ਲੈਂਦੀ ਰਹੀ, ਕਿਉਂਕਿ ਅਸੀਂ ਲਗਾਤਾਰ ਵਿਕਾਸ ਬੰਦਾ ਕਰ ਰਿਹਾ। ਜਿਵੇਂ ਐਗਜ਼ਾਮਪਲ ਦੇ ਤੌਰ ਤੇ ਸਾਰੀ ਦੁਨੀਆ ਦੇ ਅੰਦਰ ਬੰਦੇ ਨਾਲ ਨਫ਼ਰਤ ਕਰਦਾ ਸੀ, ਕਿਸੇ ਨਾ ਕਿਸੇ ਕਾਸਟ ਕਰਕੇ, ਕਲਰ ਕਰਕੇ, ਤੁਹਾਨੂੰ ਪਤਾ ਹੁਣ ਤੱਕ ਹੁੰਦੀ ਰਹੀ ਹੈ। ਤੇ ਇਹਦਾ ਮਤਲਬ ਪਿਛਲੇ ਸਮਾਜਾਂ ਦੇ ਅੰਦਰ ਹਿੰਦੁਸਤਾਨ ਦੇ ਵਿੱਚ ਕਾਸਟਿਜ਼ਮ ਨੂੰ ਜਾਇਜ਼ ਠਹਿਰਾਇਆ ਜਾਂਦਾ ਸੀ। ਜਿਹੜਾ ਉਹਨਾਂ ਦਾ ਬ੍ਰਹਮ ਸੀ ਨਾ, ਅਸਲ ਦੇ ਵਿੱਚ ਜਿੱਥੋਂ ਵੇਦ ਸ਼ਾਸਤਰਾਂ, ਸਿਮਰਤੀਆਂ ਦੀ, ਸਾਰੇ ਸਕ੍ਰਿਪਚਰਸ ਦੀ ਜਿਹੜੀ ਆਮਦ ਹੋਈ ਦੱਸੀ ਜਾਂਦੀ ਸੀ, ਉਹ ਰੱਬ ਵੀ ਅਸਲ ਦੇ ਵਿੱਚ ਵਿਤਕਰਾ ਪਸੰਦ ਸੀ। ਇਸ ਲਈ ਫਿਲਾਸਫੀ ਦਿੱਤੀ ਜਾਂਦੀ ਸੀ ਕਿ ਜਿਹੜਾ ਬੰਦਾ ਪਿਛਲੇ ਜਨਮ ਦੇ ਵਿੱਚ ਬੁਰੇ ਕੰਮ ਕਰਦਾ ਹੈ, ਉਹ ਜਾਂ ਗਰੀਬ ਪੈਦਾ ਹੁੰਦਾ ਹੈ ਤੇ ਜਾਂ ਕਿਸੇ ਨੀਵੀਂ ਕਾਸਟ ਦੇ ਵਿੱਚ, ਅਖੌਤੀ ਨੀਵੀਂ ਕਾਸਟ ਦੇ ਵਿੱਚ ਪੈਦਾ ਹੁੰਦਾ। ਇਹਦਾ ਮਤਲਬ ਜਿਹੜੀ ਪ੍ਰੀਸਟਲੀ ਕਲਾਸ ਸੀ ਉਹ ਵੀ ਲੋਕਾਂ ਨਾਲ ਧੱਕਾ ਕਰ ਰਹੀ ਸੀ, ਤੇ ਸਮਾਜ ਦੇ ਵਿੱਚ ਵੀ ਵਿਤਕਰੇ ਨੂੰ ਪ੍ਰਵਾਨ ਕੀਤਾ ਜਾ ਰਿਹਾ ਸੀ। ਪਰ ਸਦੀਆਂ ਦੇ ਵਿਕਾਸ ਤੋਂ ਬਾਅਦ ਅੱਜ ਹਿਊਮਨ ਬੀਇੰਗ ਨੇ ਰਿਅਲਾਈਜ਼ ਕੀਤਾ ਕਿ ਇਹ ਬੰਦੇ ਦੇ ਖਿਲਾਫ ਬੜਾ ਵੱਡਾ ਜ਼ੁਲਮ ਰਿਹਾ, ਤੇ ਇਸ ਕਰਕੇ ਦੁਨੀਆ ਦੇ ਸਾਰੇ ਦੇਸ਼ਾਂ ਨੂੰ ਅੱਜ ਪੋਲੀਟੀਕਲ ਲੈਵਲ ਦੇ ਉੱਤੇ ਕਾਨੂੰਨ ਬਣਾ ਕੇ ਇਕੁਅਲੀ ਟਰੀਟ ਕਰਨ ਦਾ ਹਿਦਾਇਤ ਕਰਕੇ ਸਿਖਾਉਣਾ ਪੈ ਰਿਹਾ ਅੱਜ ਤੱਕ। ਹਾਲਾਂਕਿ ਸਾਰੇ ਨਹੀਂ ਸਿੱਖ ਸਕੇ, ਅੱਜ ਵੀ ਵਿਤਕਰਾ ਉਸੇ ਤਰ੍ਹਾਂ ਜਾਰੀ ਹੈ। ਇਸੇ ਤਰ੍ਹਾਂ ਆਪਾਂ ਜਿਵੇਂ ਅਗਲੇ ਐਤਵਾਰ
ਜਿਵੇਂ ਆ 8 ਤਰੀਕ ਨੂੰ ਇੰਟਰਨੈਸ਼ਨਲ ਵੂਮਨ ਡੇ ਮਨਾਉਣਾ ਹੈ। ਤੁਹਾਨੂੰ ਪਤਾ ਭਾਵੇਂ ਵੈਸਟ ਦੀ ਸੁਸਾਇਟੀ ਹੋਵੇ, ਭਾਵੇਂ ਜਿਹੜੀ ਈਸਟ ਦੀ ਇੰਡੀਆ ਦੀ ਫਿਲਾਸਫੀ ਹੋਵੇ, ਸਾਰੀਆਂ ਫਿਲਾਸਫੀਜ਼ ਦੇ ਅੰਦਰ ਇੱਥੋਂ ਤੱਕ ਵੀ ਧਰਮਾਂ ਦੇ ਵਿੱਚ ਜਿਹੜੇ ਪਹਿਲਾਂ ਪੈਦਾ ਹੋਏ ਸਨ ਗੁਰੂ ਨਾਨਕ ਸਾਹਿਬ ਜੀ ਤੋਂ, ਔਰਤ ਦੇ ਨਾਲ ਬੜਾ ਵੱਡਾ ਧੱਕਾ ਕੀਤਾ ਗਿਆ ਸੀ। ਉਹਨੂੰ ਕੋਈ ਰਾਈਟ ਨਹੀਂ ਸੀ ਦਿੱਤੇ ਗਏ, ਇੱਕ ਸਲੇਵ ਕਿਸਮ ਦਾ ਜੀਵਨ ਸੀ। ਇਹ ਤੇ ਬਹੁਤ ਜਿਹੜਾ ਲੜ ਕੇ, ਉਹ ਵੀ ਵੈਸਟ ਦੀਆਂ ਬੀਬੀਆਂ ਨੇ, ਔਰਤਾਂ ਨੇ ਖਾਸ ਕਰਕੇ ਲੜ ਕੇ ਜਦੋਂ ਉਹਨਾਂ ਕੋਲ ਐਜੂਕੇਸ਼ਨ ਆਈ ਵੀ ਸਾਡੇ ਵੀ ਰਾਈਟਸ ਹੋਣੇ ਚਾਹੀਦੇ ਨੇ, ਫਿਰ ਉਹਨਾਂ ਨੇ ਅਧਿਕਾਰ ਲਏ ਨੇ। ਜਿਸ ਕਰਕੇ ਕੁਝ ਜਿਵੇਂ ਇੰਡੀਆ ਵਰਗੇ ਦੇਸ਼ਾਂ ਦੇ ਵਿੱਚ, ਕਿਉਂਕਿ ਐਜੂਕੇਸ਼ਨ ਦਾ ਜਿਹੜਾ ਸਿਸਟਮ ਹੈ ਉਹ ਵੈਸਟ ਦਾ ਹੀ ਅਡੋਪਟ ਕੀਤਾ ਹੋਇਆ ਉੱਥੇ ਹੈ, ਇਸ ਕਰਕੇ ਉਹਨਾਂ ਬੀਬੀਆਂ ਕੋਲ ਆਪ ਹੀ ਰਾਈਟ ਪਹੁੰਚ ਗਏ ਨੇ। ਜਾਂ ਇਸ ਤਰ੍ਹਾਂ ਕਹਿ ਲਈਏ ਵੀ ਸਿੱਖੀਜ਼ਮ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਅੱਜ ਤੋਂ 500 ਸਾਲ ਪਹਿਲਾਂ ਇਹ ਗੱਲ ਕਰ ਦਿੱਤੀ ਸੀ, ਸੋ ਕਿਉ ਮੰਦਾ ਆਖੀਐ ਜਿਤ ਜੰਮੇ ਰਾਜਾਨ। ਤੇ ਇਹ ਬਰਾਬਰ ਦਾ ਦਰਜਾ ਦਿੱਤਾ ਸੀ ਉਹਦੇ ਅੰਦਰ ਗੁਰੂ ਸਾਹਿਬ ਜੀ ਨੇ ਬਾਣੀ ਦੇ ਅੰਦਰ। ਤੇ ਸਾਰੇ 10 ਗੁਰੂ ਸਾਹਿਬਾਨ ਦੇ ਪੀਰੀਅਡ ਦੇ ਅੰਦਰ ਇੱਕ ਐਕਸ਼ਨ ਦੇ ਉੱਤੇ ਕੰਮ ਕੀਤਾ ਗਿਆ ਸੀ, ਜਿਸ ਕਰਕੇ ਔਰਤ ਨੂੰ ਇਨਫੀਰੀਅਰ ਸਮਝਿਆ ਜਾਂਦਾ ਸੀ। ਗੁਰੂ ਸਾਹਿਬ ਜੀ ਨੇ ਉਹਨਾਂ ਤੇ ਕੰਮ ਕੀਤਾ। ਜਿਵੇਂ ਮੰਨ ਲਓ ਕਰਵਾ ਚੌਥ ਦਾ ਵਰਤ ਹੀ ਸੀ, ਤੇ ਅਸਲ ਦੇ ਵਿੱਚ ਔਰਤ ਨੂੰ ਇੱਕ ਦਿਨ ਭੁੱਖਾ ਰਹਿਣਾ ਪੈਂਦਾ ਸੀ ਵੀ ਜਿਹਦੇ ਨਾਲ ਪਤੀ ਦੀ ਉਮਰ ਵੱਧ ਜਾਏ। ਇਹਦੇ ਪੈਰਲਰ, ਹਾਲਾਂਕਿ ਇਹ ਇੱਕ ਅੰਧ ਵਿਸ਼ਵਾਸ ਜਿਹਾ ਹੀ ਸੀ, ਬੰਦੇ ਨੂੰ ਤੇ ਕੋਈ ਪਤਾ ਨਹੀਂ ਸੀ ਲੱਗਦਾ ਵੀ SMS ਆਇਆ ਜਾਂ ਕੋਈ ਚਿੱਠੀ ਆਈ ਵੀ ਉਮਰ ਵੱਧ ਗਈ ਹੈ, ਤੇ ਬੰਦਾ ਆਪੇ ਹੀ ਜਿਹੜਾ ਮੁਕਰਰ ਕਰ ਦਿੱਤਾ ਗਿਆ ਸੀ ਔਰਤ ਤੇ। ਫਿਰ ਮਰਦ ਦੇ ਲਈ ਕੋਈ ਵੀ ਇਹੋ ਜਿਹਾ ਇੱਕ ਦਿਨ ਮੁਕਰਰ ਨਹੀਂ ਸੀ ਕੀਤਾ ਗਿਆ ਵੀ ਤੇਰੀ ਵੀ ਵਿਚਾਰੀ ਘਰ ਵਾਲੀ 2-4 ਸਾਲ ਉਹਦੀ ਉਮਰ ਵੱਧ ਜਾਏ, ਤੂੰ ਵੀ ਇੱਕ ਦਿਨ ਭੁੱਖਾ ਰਿਹਾ ਕਰ। ਇਸੇ ਤਰ੍ਹਾਂ ਰੱਖੜੀ ਵਗੈਰਾ ਰਸਮਾਂ ਸਨ ਜਿਹੜੀਆਂ ਔਰਤ ਨੂੰ ਇਹ ਅਹਿਸਾਸ ਕਰਵਾਉਂਦੀਆਂ ਸੀ ਵੀ ਇਹ ਅਬਲਾ ਹੈ, ਕਮਜ਼ੋਰ ਹੈ। ਹੁਣ ਸਦੀਆਂ ਤੋਂ ਸਮਾਜ ਨੇ ਉਹ ਪ੍ਰਵਾਨ ਕੀਤਾ ਹੋਇਆ ਸੀ, ਔਰ ਵੈਸਟ ਨੇ ਵੀ ਕੀਤਾ ਸੀ। ਹਰ ਥਾਂ ਤੇ ਔਰਤਾਂ ਦੇ ਉੱਤੇ ਜ਼ੁਲਮ ਹੋ ਰਿਹਾ ਸੀ, ਸਲੇਵ ਦੀ ਤਰ੍ਹਾਂ ਜ਼ਿੰਦਗੀ ਸੀ। ਹੁਣ ਸੁਸਾਇਟੀ ਉਹਨੂੰ ਪ੍ਰਵਾਨ ਕਰ ਰਹੀ ਸੀ। ਇਹਦਾ ਮਤਲਬ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਲਹਿਰਾਂ ਚੱਲ ਕੇ, ਹੁਣ ਜਿਹੜੇ ਪ੍ਰੈਡਿਕਸ਼ਨ ਸੋਸ਼ੀਓਲੋਜਿਸਟ ਕਰਦੇ ਨੇ ਨਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਪੋਲੀਟੀਕਲ ਜਿਹੜਾ ਸਫੀਅਰ ਦੇ ਅੰਦਰ, ਧਰਮ ਦੇ ਸਫੀਅਰ ਦੇ ਅੰਦਰ ਜਾਂ ਇਕਨੋਮੀ ਦੇ ਸਫੀਅਰ ਦੇ ਅੰਦਰ ਹੋ ਸਕਦਾ ਔਰਤਾਂ ਦੀ ਹੀ ਇਹ ਸਦੀ ਦੇ ਐਂਡ ਤੱਕ ਡੋਮੀਨੈਂਸ ਹੋਵੇ। ਕਹਿਣ ਦਾ ਮਤਲਬ ਸਦੀਆਂ ਤੋਂ ਉਹਨਾਂ ਨੇ ਲੜ ਕੇ, ਕੁਝ ਗਿਆਨਵਾਨ ਬੰਦਿਆਂ ਨੇ ਫਾਈਟ ਕਰਕੇ ਆਪਣੇ ਅਧਿਕਾਰ ਲਏ ਨੇ, ਨਹੀਂ ਤੇ ਸੁਸਾਇਟੀ ਤੇ ਕਰਦੀ ਆ ਰਹੀ ਸੀ ਜਿਹੜੇ ਵਿਤਕਰੇ ਵਾਲਾ ਕੰਮ। ਇਸੇ ਤਰ੍ਹਾਂ ਤੁਸੀਂ ਵੇਖੋ, ਜਿੰਨੇ ਸਤੀ ਪ੍ਰਥਾ ਸੀ ਹਿੰਦੁਸਤਾਨ ਦੇ ਅੰਦਰ, ਬਾਲ ਵਿਆਹ ਸੀ, ਉਹਨੂੰ ਜਿਹੜਾ ਜਾਇਜ਼ ਸਾਰੀ ਸੁਸਾਇਟੀ ਜਾਇਜ਼ ਠਹਿਰਾਉਂਦੀ ਸੀ। ਇਹਦਾ ਮਤਲਬ ਇਹ ਵੀ ਕਈ ਵਾਰੀ ਸਾਰਾ ਸਮਾਜ ਵੀ ਗਲਤ ਹੋ ਸਕਦਾ, ਪਰ ਗਲਤ ਰਸਮੋ ਰਿਵਾਜ ਨੂੰ ਸਮਾਜ ਦਾ ਸਮਰਥਨ ਮਿਲਿਆ ਹੋ ਸਕਦਾ। ਤੇ ਇਸ ਕਰਕੇ ਜਿਹੜੇ ਮਹਾਂਪੁਰਸ਼ ਹੁੰਦੇ ਨੇ ਨਾ, ਜਿਵੇਂ ਗੁਰੂ ਸਾਹਿਬ ਜੀ ਨੇ ਕਿਹਾ ਵੀ ਲੋਗਨ ਕੀਆਂ ਵਡਿਆਈਆਂ ਅੱਗੀ ਸੇਤੀ ਜਾਲ, ਇਨੀ ਜਲੀ ਨਾਮ ਵਿਸਾਰਿਆ ਇੱਕ ਨਾ ਚਲੀਆਂ ਨਾਲ। ਇਹਦਾ ਮਤਲਬ ਪੂਰੀ ਸੁਸਾਇਟੀ ਵੀ ਕਈ ਵਾਰੀ ਗਲਤ ਕੰਮ ਕਰਦੀ ਹੈ ਜਾਂ ਸਮਾਜ ਗਲਤ ਕੰਮ ਕਰਦਾ। ਇਸ ਕਰਕੇ ਜੇ ਕੋਈ ਪਿਓਰ ਹੈ, ਜਿਹੜੇ ਪ੍ਰੋਫਿਟ ਹੁੰਦੇ ਨੇ ਨਾ, ਉਹ ਇੱਕ ਤੇ ਗਿਆਨਵਾਨ ਹੁੰਦੇ ਨੇ ਸਾਰੀ ਹਿਊਮੈਨਿਟੀ ਨਾਲੋਂ, ਆਮ ਬੰਦੇ ਨਾਲੋਂ। ਤੁਸੀਂ ਵੇਖੋ ਹੁਣ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਗਿਆਨ ਦਾ ਲੈਵਲ ਹੈ, ਉਹ ਆਪਾਂ ਸਾਰੇ ਸਿੱਖ ਮਿਲ ਕੇ ਵੀ ਇਮੈਜਨ ਨਹੀਂ ਕਰ ਸਕਦੇ ਕਿ ਉਸ ਲੈਵਲ ਤੇ ਅਸੀਂ ਇੰਨਾ ਹਿਊਮੈਨਿਟੇਰੀਅਨ ਵੇ ਦੇ ਨਾਲ ਸੋਚ ਸਕਦਾ ਬੰਦਾ। ਇਹਦਾ ਮਤਲਬ ਇਹ ਹੈ ਵੀ ਇੱਕ ਤਾਂ ਉਹਨਾਂ ਕੋਲ ਗਿਆਨ ਜਿਹੜਾ ਸਿਖਰ ਦਾ ਲੈਵਲ ਦਾ ਐਬਸੋਲਿਊਟਲੀ ਟਰੁੱਥ ਹੁੰਦਾ ਹੈ, ਜਿਹੜਾ ਅਸੀਂ ਗੁਰਬਾਣੀ ਨੂੰ ਕਹਿੰਦੇ ਆ। ਤੇ ਦੂਸਰਾ, ਸਮਾਜ ਦੇ ਅੰਦਰ ਅਜੇ ਇੰਨੀ ਅਵੇਅਰਨੈਸ ਨਹੀਂ ਹੁੰਦੀ ਕਿ ਕੋਈ ਬੰਦਾ, ਕਿਉਂਕਿ ਅੱਜ ਜਿਹੜਾ ਬੰਦੇ ਨੂੰ ਕੰਟਰੋਲ ਕੀਤਾ ਜਾਂਦਾ ਨਾ ਸੁਸਾਇਟੀ ਵੱਲੋਂ ਕੀਤਾ ਜਾਂਦਾ ਜਾਂ ਕਾਨੂੰਨ ਬਣਾਏ ਜਾਂਦੇ ਨੇ, ਤੇ ਤੁਹਾਨੂੰ ਪਤਾ ਲਾਅ ਮੇਕਰ ਵੀ ਜਿਹੜੇ ਕਾਨੂੰਨ ਬਣਾਉਂਦੇ ਨੇ ਨਾ, ਉਹ ਵੀ ਸਾਰਾ ਕਾਨੂੰਨ ਵਾਲੇ ਦਾ ਕੋਈ ਵੀ ਪਰਫੈਕਟ ਨਹੀਂ ਹੈ। ਆਉਣ ਵਾਲੇ ਸਮੇਂ ਦੇ ਵਿੱਚ ਉਹਦੇ 'ਚ ਅਮੈਂਡਮੈਂਟ ਹੁੰਦੀ ਰਹਿੰਦੀ ਹੈ, ਤੇ ਉਹਨਾਂ ਦੇ ਕਲਾਉਜ਼ ਉਹਨਾਂ ਨੂੰ ਨਵੇਂ ਐਡ ਕਰਨੇ ਪੈਂਦੇ ਨੇ। ਨਵੀਆਂ ਬੰਦਾ ਜਿਹੜੀਆਂ ਚਲਾਕੀਆਂ ਲੱਭ ਕੇ ਸੁਸਾਇਟੀ ਨਾਲ ਬੁਰਾ ਕਰਦਾ ਰਹਿੰਦਾ ਹੈ। ਤੇ ਜਿਹੜਾ ਧਰਮ ਹੈ, ਅਸਲ ਦੇ ਵਿੱਚ ਜਦੋਂ ਰੱਬ ਦਾ ਵਿਸ਼ਵਾਸ ਦਿੰਦਾ ਹੈ ਕਿ ਉਹ ਅਕਾਲ ਪੁਰਖ ਵਾਹਿਗੁਰੂ ਜਿਹੜਾ ਹੈ, ਉਹ ਅੱਗੋਂ ਦੇਖਿਆ ਪਿੱਛੋਂ ਦੇਖਿਆ ਤੁਝ ਤੇ ਕਹਾਂ ਛੁਪਾਵੈ, ਇਹ ਜਿਹੜਾ ਖਿਆਲ ਦਿੰਦਾ ਹੈ, ਇਹਦਾ ਮਤਲਬ ਅਕਾਲ ਪੁਰਖ ਅੰਦਰ ਦੀਆਂ ਜਾਣਨ ਵਾਲਾ ਹੈ। ਇਹ ਵਿਸ਼ਵਾਸ ਦੇ ਨਾਲ ਵੀ ਸਾਰੇ ਲੋਕ ਨਹੀਂ ਬਦਲੇ। ਬਹੁਤ ਸਾਰੇ ਲੋਕ ਇਹ ਨੇ ਜਿਹੜੇ ਧਰਮ ਦੇ ਅਸਥਾਨਾਂ ਤੇ ਜਾਂਦੇ ਨੇ, ਉਹ
ਜਦੋਂ ਡਾਇਲੋਗ ਯੂਜ਼ ਕਰਦੇ ਨੇ ਤੇ ਉਹ ਕਹਿ ਰਹੇ ਹੁੰਦੇ ਨੇ, ਵੇਖੋ ਜੀ ਰੱਬ ਤੇ ਸਾਰਾ ਕੁਝ ਵੇਖਦਾ, ਸਾਰਾ ਕੁਝ ਉਹਦੇ ਹੱਥ ਵਾਸਤੇ, ਫਿਰ ਵੀ ਉਹ ਸਮਰਪਿਤ ਨਹੀਂ ਹੁੰਦੇ। ਬੁਰੇ ਕੰਮ ਕਰਨ ਲੱਗਿਆ ਬੰਦਾ ਸੋਚਦਾ ਨਹੀਂ ਹੈ। ਤੇ ਗੁਰੂ ਸਾਹਿਬ ਜੀ ਨੇ ਜਿਹੜਾ ਇਹ ਮਕਸਦ ਦਿੱਤਾ ਨਾ ਕਿ ਸਚਿਆਰਾ ਹੋਈ ਹੈ, ਪਹਿਲੀ ਲੋੜ ਬੰਦੇ ਦੀ ਇਹ ਵੀ ਬੰਦਾ ਸੁਸਾਇਟੀ ਕੋਲੋਂ ਵੀ ਜਿਹੜਾ ਛਲ ਕਪਟ ਕਰਕੇ ਕਈ ਵਾਰੀ ਬਚ ਜਾਂਦਾ ਹੈ, ਕਾਨੂੰਨ ਦੇ ਦਾਇਰੇ ਦੇ ਵਿੱਚ ਵੀ ਬਚ ਜਾਂਦਾ। ਅੱਜ ਜੇ ਬੰਦਾ ਕਿਸੇ ਇਨਫਲੂਐਂਸ਼ੀਅਲ ਜਿਹੜਾ ਸਟੇਜ ਦੇ ਉੱਤੇ ਹੋਵੇ, ਜਿਵੇਂ ਆਪਾਂ ਰਸ਼ੀਆ ਦੀ ਗੱਲ ਕਰਦੇ ਹਾਂ, ਉਹ ਜਿਹੜਾ ਕੰਟਰੀ ਦਾ ਮੁਖੀ ਹੈ, ਇਸੇ ਤਰ੍ਹਾਂ ਹੋਰ, ਤੇ ਉਹ ਕਈ ਵਾਰੀ ਇੱਕ ਬੰਦਾ ਵਰਲਡ ਵਾਰ ਲਾ ਕੇ ਸਾਰੀ ਹਿਊਮੈਨਿਟੀ ਨੂੰ ਦੇ ਲਈ ਜਿਹੜਾ ਕਈ ਕਿਸਮ ਦੇ ਕ੍ਰਾਈਸਿਸ ਪੈਦਾ ਕਰ ਸਕਦਾ ਤੇ ਤਬਾਹ ਕਰ ਸਕਦਾ। ਇਸ ਕਰਕੇ ਜਿਹੜਾ ਧਰਮ ਜਿਹੜਾ ਵਿਸ਼ਵਾਸ ਦਿੰਦਾ ਨਾ ਰੱਬ ਸੁਪੀਰੀਅਰ ਹੈ, ਸੁਪਰੀਮ ਪਾਵਰ ਹੈ, ਸਭ ਤੋਂ ਉੱਤੇ ਹੈ, ਤੇ ਬੰਦੇ ਨੇ ਉਹਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਹੋਣ ਦੇ ਲਈ ਆਪਣੇ ਆਪ ਨੂੰ ਤਿਆਰ ਕਰਨਾ ਹੈ, ਜਿਹਨੂੰ ਗੁਰੂ ਸਾਹਿਬ ਜੀ ਨੇ ਮਕਸਦ ਮੰਨਿਆ ਕਿ ਸਚਿਆਰਾ ਹੋਈ ਹੈ। ਵੀ ਕਿਵੇਂ ਬੰਦਾ ਸਚਿਆਰਾ ਹੋ ਸਕਦਾ ਹੈ, ਕਿ ਕੂੜਾ ਟੁੱਟਾ ਪਾਲ, ਤੇ ਇਹਦੇ ਅੰਦਰ ਜਿਹੜੀ ਕੂੜ ਦੀ ਪਾਲ ਹੈ, ਜਿਹਨੂੰ ਸੁਸਾਇਟੀ ਕਈ ਵਾਰੀ ਫੋਲੋ ਕਰਦੀ ਆ ਰਹੀ ਹੈ, ਬੜੀਆਂ ਜਿਹੜੀਆਂ ਰਸਮੋ ਰਿਵਾਜ ਈਵਲਸ ਇਹੋ ਜਿਹੇ ਨੇ, ਅੱਜ ਵੀ ਰਿਫੋਰਮੇਸ਼ਨ ਦੀ ਲੋੜ ਹੈ, ਸਦਾ ਗੁੰਜਾਇਸ਼ ਰਹਿੰਦੀ ਬੰਦੇ ਦੇ ਸੁਧਾਰ ਦੇ ਲਈ। ਪੋਲੀਟੀਕਲ ਸਿਸਟਮ ਦੇ ਵਿੱਚ ਬੜਾ ਕੁਝ ਬਦਲਣ ਦੀ ਲੋੜ ਹੈ, ਇਕਨੋਮਿਕ ਸਿਸਟਮ ਨੂੰ ਬਦਲਣ ਦੀ ਲੋੜ ਹੈ, ਜਿਹਦੇ 'ਚ ਸਾਰਿਆਂ ਨਾਲ ਫੇਰ ਹੋ ਸਕੇ। ਇਸ ਕਰਕੇ ਜਿਹੜਾ ਧਰਮ ਖਿਆਲ ਦਿੰਦਾ ਜਾਂ ਧਰਮ ਸਾਨੂੰ ਪ੍ਰਿੰਸੀਪਲ ਦਿੰਦਾ, ਉਹ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਹੋਣਾ, ਤੇ ਜਿਹੜੀਆਂ ਝੂਠ ਦੀਆਂ ਲੇਅਰਸ ਨੇ ਉਹਨਾਂ ਨੂੰ ਖਤਮ ਕਰ ਦੇਣਾ। ਗੁਰੂ ਸਾਹਿਬ ਜੀ ਨੇ ਉਹਦਾ ਜਿਹੜਾ ਸੋਲਿਊਸ਼ਨ ਦਿੱਤਾ ਹੈ, ਤੁਸੀਂ ਵੇਖੋ, ਹੁਕਮ ਰਜ਼ਾਈ ਚੱਲਣਾ, ਨਾਨਕ ਲਿਖਿਆ ਨਾਲ, ਉਹਦੇ ਹੁਕਮ 'ਚ ਚੱਲਣਾ। ਕਿਹਦੇ ਹੁਕਮ 'ਚ? ਰਜ਼ਾਈ, ਰਜ਼ਾ ਦਾ ਮਾਲਕ। ਜਿਹੜਾ ਰਜ਼ਾ ਦਾ ਮਾਲਕ, ਰਜ਼ਾਈ ਦਾ ਮਤਲਬ ਹੈ ਰਜ਼ਾ ਦਾ ਮਾਲਕ, ਅਰਥ ਜਿਹੜਾ ਕੀਤਾ ਗਿਆ ਟੀਕਾਕਾਰਾਂ ਵੱਲੋਂ, ਉਹਦੇ ਹੁਕਮ ਦੇ ਵਿੱਚ ਨਿਯਮ ਨੂੰ ਉਹਦੇ ਨੂੰ ਸਮਝਣਾ। ਨਾਨਕ ਲਿਖਿਆ ਨਾਲ, ਵੀ ਇਹ ਜਿਹੜਾ ਜੀਵ ਦੇ ਨਾਲ ਲਿਖਿਆ ਗਿਆ ਹਰ ਬੰਦੇ ਨੂੰ ਦੇ ਲਈ ਬੜਾ ਨਸੈਸਰੀ ਹੈ, ਵੀ ਜਦੋਂ ਹੁਕਮ ਦੇ ਵਿੱਚ ਆ ਜਾਏਗਾ ਉਦੋਂ ਸਚਿਆਰ ਹੋ ਜਾਏਗਾ, ਰੱਬ ਦੀਆਂ ਨਜ਼ਰਾਂ ਦੇ ਵਿੱਚ ਪ੍ਰਵਾਨ ਹੋ ਜਾਏਗਾ। ਹੁਣ ਇਹ ਰਜ਼ਾ ਨੂੰ ਤੇ ਹੁਕਮ ਨੂੰ ਵੀ ਸਮਝਣਾ, ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਬਾਣੀ ਲਿਖੀ ਨਾ, ਅੱਜ ਤੋਂ 500 ਸਾਲ ਪਹਿਲਾਂ, ਉਦੋਂ ਹਿਊਮੈਨਿਟੀ ਕੋਲ ਬਹੁਤ ਜ਼ਿਆਦਾ ਨੌਲੇਜ ਨਹੀਂ ਸੀ। ਨੌਲੇਜ ਨਾ ਹੋਣ ਕਰਕੇ ਰਜ਼ਾ ਤੇ ਹੁਕਮ ਦੀ ਬੜੀ ਗਲਤ ਵਿਆਖਿਆ ਵੀ ਕੀਤੀ ਗਈ। ਜਿਵੇਂ ਬੰਦੇ ਦੇ ਅੰਦਰ ਕੋਈ ਫਿਜ਼ੀਕਲੀ ਬਿਮਾਰੀਆਂ ਆਉਂਦੀਆਂ ਸਨ, ਬੰਦੇ ਨੂੰ ਕਿਸੇ ਨੂੰ ਪੋਲੀਓ ਹੋ ਗਿਆ, ਤੇ ਲੋਕਾਂ ਨੂੰ ਤੇ ਹਿਊਮਨ ਬੀਇੰਗ ਕੋਲ ਤੇ ਨੌਲੇਜ ਨਹੀਂ ਸੀ ਵੀ ਇਹ ਵਾਇਰਸ ਦੇ ਨਾਲ ਬੰਦੇ ਦੀਆਂ ਲੱਤਾਂ ਖੜ ਜਾਂਦੀਆਂ, ਤੇ ਉਹਦੇ ਬਾਰੇ ਜਿਹੜੀ ਧਰਮਾਂ ਨੇ ਵਿਆਖਿਆ ਦਿੱਤੀ ਸੀ, ਖਾਸ ਕਰਕੇ ਹਿੰਦੁਸਤਾਨ 'ਚ, ਬੰਦਾ ਕਹਿੰਦਾ ਸੀ ਇਹ ਕਰਮ ਚੱਕਰ ਹੈ, ਇਹਨੇ ਪਿਛਲੇ ਜਨਮ ਦੇ ਵਿੱਚ ਕਿਸੇ ਦੀਆਂ ਬਾਹਾਂ ਜਿਹੜੀਆਂ ਜਾਂ ਲੱਤਾਂ ਉਹਦਾ ਨੁਕਸਾਨ ਕੀਤਾ ਹੋਏਗਾ, ਤੇ ਇਹਨੂੰ ਇਸ ਜਨਮ ਦੇ ਵਿੱਚ ਕੀਤੇ ਦੀ ਸਜ਼ਾ ਮਿਲ ਰਹੀ ਹੈ। ਜਾਂ ਬੰਦਾ ਕਹਿੰਦਾ ਸੀ ਵੇਖੋ ਜੀ ਇਹ ਤੇ ਰੱਬ ਦੀ ਰਜ਼ਾ ਹੈ, ਹੁਣ ਬੰਦਾ ਕੁਝ ਕਰ ਤੇ ਸਕਦਾ ਨਹੀਂ। ਪਰ ਮੈਡੀਕਲ ਸਾਇੰਸ ਦੇ ਵਿੱਚ ਇਹ ਵਾਇਰਸ ਨੂੰ ਆਇਡੈਂਟੀਫਾਈ ਕਰ ਲਿਆ ਗਿਆ, ਉਹਦੀ ਦਵਾਈ ਬਣਾ ਕੇ ਦੱਸ ਦਿੱਤਾ ਵੀ ਇਹ ਰੱਬ ਦੀ ਰਜ਼ਾ ਨਹੀਂ ਕਿਸੇ ਦੀਆਂ ਲੱਤਾਂ ਖਿਲਾਉਣੀਆਂ, ਇਹ ਕੁਦਰਤ ਦਾ ਇੱਕ ਨਿਯਮ ਸੀ। ਜੇ ਉਹ ਸਮਝ ਲਿਆ ਜਾਂਦਾ ਵੀ ਉਹ ਵਾਇਰਸ, ਉਹਦੀ ਦਵਾਈ ਲੱਭ ਲਈ ਜਾਂਦੀ, ਤੇ ਹਜ਼ਾਰਾਂ ਲੋਕਾਂ ਨੂੰ, ਅੱਜ ਬੜੇ ਪੂਰੇ ਕੰਟਰੀ ਨੇ ਜਿਨ੍ਹਾਂ ਨੂੰ ਇਹਦੇ ਤੋਂ ਰਹਿਤ ਕਰ ਦਿੱਤਾ ਗਿਆ, ਪੋਲੀਓ ਦੀ ਜਿਹੜੀ ਬਿਮਾਰੀ ਨਹੀਂ ਹੈ। ਕੇਵਲ ਅਫਗਾਨਿਸਤਾਨ, ਪਾਕਿਸਤਾਨ, ਜਿਹੜੇ ਲੋਕ ਅਸਲ ਦੇ ਵਿੱਚ ਵਿਰੋਧ ਕਰਦੇ ਨੇ ਧਰਮ ਦੇ ਨਾਂ ਤੇ ਵੀ ਮੈਡੀਕਲ ਸਾਇੰਸ ਦਾ, ਉਹ ਹੀ ਨਹੀਂ ਅਪਣਾ ਰਹੇ, ਨਹੀਂ ਤੇ ਆਮ ਬੰਦਾ ਤੇ ਅਪਣਾ ਕੇ ਜਿਹੜਾ ਰੋਗ ਤੋਂ ਰਹਿਤ ਹੋ ਗਿਆ। ਇਹਦਾ ਮਤਲਬ ਇਹ ਸੀ ਗੁਰੂ ਸਾਹਿਬ ਜੀ ਨੇ ਇਹਨਾਂ ਬਿਮਾਰੀਆਂ ਨੂੰ, ਫਿਰ ਸਮੌਲ ਪਾਕਸ ਸੀ, 1/3 ਵਰਲਡ ਦੀ ਆਬਾਦੀ ਖਤਮ ਹੋ ਜਾਂਦੀ ਸੀ। ਜਦੋਂ ਬੰਦੇ ਕੋਲ ਸੋਲਿਊਸ਼ਨ ਨਹੀਂ ਸੀ ਬਿਮਾਰੀਆਂ ਦਾ, ਉਦੋਂ ਸਾਰੀਆਂ ਬਿਮਾਰੀਆਂ ਨੂੰ ਸਮਝਦਾ ਸੀ ਵੀ ਇਹ ਰੱਬ ਦੀ ਰਜ਼ਾ ਹੀ, ਹੁਣ ਤੇ ਐਕਸੈਪਟ ਕਰਨਾ ਪੈਣਾ, ਇਹ ਰੱਬ ਦਾ ਹੁਕਮ ਹੈ। ਜਿਵੇਂ ਤੁਹਾਡੇ ਸਾਹਮਣੇ ਐਗਜ਼ਾਮਪਲ ਵਾਪਰੀ ਹੈ, ਜਦੋਂ ਕਰੋਨਾ ਆਇਆ ਨਾ, ਤੇ ਪ੍ਰੀਸਟਲੀ ਕਲਾਸ ਦੇ ਕੋਲ ਕੋਈ, ਕਿਉਂਕਿ ਬਿਮਾਰੀਆਂ ਨੂੰ ਸਮਝਣ ਦੇ ਲਈ ਨੌਲੇਜ ਤੇ ਹੈ ਨਹੀਂ, ਉਹਨਾਂ ਦਾ ਧੰਦਾ ਚੱਲਦਾ ਲੋਕਾਂ ਨੂੰ ਡਰਾ ਕੇ। ਜਿਵੇਂ ਇੱਕ ਡਾਕੂ ਲੁੱਟਦਾ ਨਾ, ਤੇ ਉਹ ਸਿੱਧਾ ਗਨ ਰੱਖ ਦਿੰਦਾ, ਤੇ ਉਹ ਕਹਿੰਦਾ ਜਿੰਨਾ ਸਮਾਨ ਹੈਗਾ ਤੁਸੀਂ ਕੱਢ ਦਿਓ, ਨਹੀਂ ਤੇ ਤੁਹਾਨੂੰ ਸ਼ੂਟ ਕਰ ਦਿੱਤਾ ਜਾਏਗਾ। ਇਸੇ ਤਰ੍ਹਾਂ ਧਾਰਮਿਕ ਲੋਕ ਕੀ ਕਰਦੇ ਨੇ, ਕੁਦਰਤ ਦੇ ਵਿੱਚ ਕੋਈ ਕਰੋਪੀ ਆਉਂਦੀ ਹੈ, ਤੇ YouTube ਤੇ ਮੈਂ ਵੇਖਿਆ ਬੜੇ ਲੋਕ
ਵੀਡੀਓ ਬਣਾ ਕੇ ਪਾਉਣ ਲੱਗ ਗਏ। ਵੇਖੋ ਜੀ, ਸਾਰੀ ਮਨੁੱਖਤਾ ਨੇ ਬੜੀ ਅੱਤ ਚੁੱਕੀ ਸੀ, ਰੱਬ ਨੇ ਕੀਤੇ ਹੋਏ ਕਰਮਾਂ ਦੀ ਸਜ਼ਾ ਤੇ ਦੇਣੀ ਸੀ, ਇੱਕ ਛੋਟਾ ਜਿਹਾ ਜੀਵ ਭੇਜਿਆ, ਹੁਣ ਸਾਰੀ ਕੁਦਰਤ ਨੂੰ ਇਹਨੇ ਫਨਾਹ ਕਰ ਦੇਣਾ। ਇਹ ਬੰਦੇ ਦੀਆਂ ਕੀਤੀਆਂ ਹੋਈਆਂ ਗਲਤੀਆਂ ਦੀ ਰੱਬ ਸਜ਼ਾ ਦੇ ਰਿਹਾ ਇਸ ਤਰੀਕੇ ਨਾਲ, ਕਿਉਂਕਿ ਡਰ ਫੀਅਰ ਦੇ ਸਿਰ ਤੇ ਜਿਹੜਾ ਕਈ ਵਾਰੀ ਇਹ ਧੰਦਾ ਚੱਲਦਾ ਹੈ। ਤੇ ਅਸਲ ਦੇ ਵਿੱਚ ਵਿਗਿਆਨਕਾਂ ਨੇ ਉਹਦਾ ਸੋਲੂਸ਼ਨ ਲੱਭਿਆ, ਵੀ ਉਹ ਵਾਇਰਸ ਨੂੰ ਆਇਡੈਂਟੀਫਾਈ ਕੀਤਾ ਤੇ ਅੱਜ ਇਲਾਜ ਲੱਭ ਲਿਆ ਗਿਆ। ਕਹਿਣ ਦਾ ਮਤਲਬ, ਨਹੀਂ ਤੇ ਇਹਨੂੰ ਵੀ ਰੱਬ ਦੀ ਕਰੋਪੀ ਜਾਂ ਰੱਬ ਦੀ ਅਸਲ ਦੇ ਵਿੱਚ ਦਿੱਤੀ ਹੋਈ ਹਿਊਮੈਨਿਟੀ ਨੂੰ ਸਜ਼ਾ ਸਮਝ ਕੇ ਹਜ਼ਾਰਾਂ ਬਿਮਾਰੀਆਂ ਦੀ ਇਸ ਤਰ੍ਹਾਂ ਜਿਹੜੀ ਪ੍ਰੀਸਟਲੀ ਕਲਾਸ ਵੱਲੋਂ ਵਿਆਖਿਆ ਕੀਤੀ ਜਾਂਦੀ ਰਹੀ ਹੈ। ਪਰ ਗੁਰੂ ਸਾਹਿਬ ਨੇ ਜਿਹੜਾ ਹੁਕਮ ਰਜ਼ਾਈ ਕਿਹਾ ਨਾ, ਇਹਨੂੰ ਹੋਰ ਡੀਪਲੀ ਸਮਝਣ ਦੀ ਲੋੜ ਹੈ। ਇਹਦੀ ਵਿਆਖਿਆ ਇਸ ਤਰ੍ਹਾਂ ਨਹੀਂ ਹੋਏਗੀ। ਅੱਜ ਬਹੁਤ ਸਾਰੀਆਂ ਬਿਮਾਰੀਆਂ ਦੇ ਵੈਕਸੀਨ ਲੱਭ ਲਏ ਗਏ ਨੇ, ਇਲਾਜ ਲੱਭ ਲਏ ਗਏ ਨੇ। ਇਸੇ ਤਰ੍ਹਾਂ ਤੁਸੀਂ ਵੇਖੋ, ਪਾਣੀ ਦਾ ਫਲੱਡ ਆਂਦਾ ਸੀ ਤੇ ਆਬਾਦੀ ਰੋੜ ਕੇ ਲੈ ਜਾਂਦਾ ਸੀ, ਬੰਦੇ ਦੇ ਵਾਸਤੇ ਹੈ ਨਹੀਂ ਸੀ। ਅੱਜ ਹਾਲਾਂਕਿ ਨਹਿਰਾਂ ਬਣਾ ਕੇ ਉਹਨੂੰ ਕੰਟਰੋਲ ਕਰਨ ਦਾ ਕਿਸੇ ਹੱਦ ਤੱਕ ਯਤਨ ਕੀਤਾ ਗਿਆ ਹੈ, ਉਹਨੂੰ ਚੰਗੇ ਢੰਗ ਨਾਲ ਡੈਮ ਬਣਾ ਕੇ ਬਿਜਲੀ ਆਦਿਕ ਬੰਦਾ ਰੋਜ਼ ਹੀ ਵਰਤ ਰਿਹਾ ਹੈ। ਹੋਰ ਤਰੀਕੇ ਦੇ ਨਾਲ ਜਿਹੜਾ ਬੰਦੇ ਨੇ ਕੁਦਰਤ ਦੇ ਅਸੂਲਾਂ ਨੂੰ ਸਿੱਖਿਆ, ਵੀ ਅਸਲ ਦੇ ਵਿੱਚ ਜੇ ਕਿਧਰੇ ਅਸੂਲ ਸਮਝ ਲਏ ਜਾਣ ਨਾ, ਫਿਰ ਜਿਹਨੂੰ ਰੱਬ ਦੀ ਕਰੋਪੀ ਤੇ ਜਾਂ ਇਹ ਸਮਝਿਆ ਜਾਂਦਾ, ਜਦੋਂ ਹਜ਼ਾਰਾਂ ਦੀ ਆਬਾਦੀ ਤਬਾਹ ਹੁੰਦੀ ਏ, ਅੱਗ ਆਊਟ ਆਫ ਕੰਟਰੋਲ ਹੁੰਦੀ ਏ ਤੇ ਲੋਕ ਮਰਦੇ ਨੇ, ਸੜ ਜਾਂਦੇ ਨੇ ਜੀਵ, ਇਹਨੂੰ ਸਮਝਿਆ ਜਾਂਦਾ ਵੀ ਰੱਬ ਨੂੰ ਇਹੀ ਮਨਜ਼ੂਰ ਸੀ। ਵੀ ਜਿਵੇਂ ਰੱਬ ਦਾ ਇਸ ਤਰ੍ਹਾਂ ਦਾ ਰੂਪ ਪੇਸ਼ ਕੀਤਾ ਗਿਆ, ਜਿਵੇਂ ਰੱਬ ਨਾ ਜ਼ਾਲਮ ਜਿਹਾ ਹੋਵੇ, ਲੋਕਾਂ ਨੂੰ ਸਜ਼ਾ ਦੇ ਕੇ, ਜਿਵੇਂ ਇੱਕ ਨਾਰਸਿਸਿਸਟ ਪਰਸਨੈਲਿਟੀ ਹੁੰਦੀ ਨਾ, ਉਹਨੂੰ ਖੁਸ਼ੀ ਹੁੰਦੀ ਹੈ। ਤੇ ਕਈ ਵਾਰੀ ਇਸ ਤਰ੍ਹਾਂ ਦਾ ਰੂਪ ਜਿਹੜਾ ਉਹਦਾ ਕਲਪਨਾ ਕਰ ਲਈ ਗਈ ਹੈ। ਅਸਲ ਦੇ ਵਿੱਚ ਜਿਹਨੂੰ ਗੁਰੂ ਸਾਹਿਬ ਜੀ ਰਜ਼ਾ ਕਹਿ ਰਹੇ ਨੇ, ਇਹਨੂੰ ਸਮਝਣ ਦੇ ਲਈ ਇੱਕ ਐਗਜ਼ਾਮਪਲ ਸਮਝਣ ਦੀ ਬੜੀ ਲੋੜ ਹੈ। ਆ ਜਿਹੜਾ 17ਵੀਂ ਸਦੀ ਦੀ ਬਿਗਨਿੰਗ ਦੇ ਵਿੱਚ ਨਾ, ਜਿਹੜਾ ਖਾਸ ਕਰਕੇ 1618 ਤੋਂ ਪਹਿਲਾਂ ਜਿਹੜਾ ਸਾਰਾ ਦੁਨੀਆ ਸੀ ਨਾ, ਉਹਦੀ ਜਿਹੜੀ ਵਿਆਖਿਆ ਹੁੰਦੀ ਸੀ, ਉਦੋਂ ਗਾਡ ਸੈਂਟਰਿਕ ਸੀ ਸਾਰਾ ਵਰਲਡ। ਜਿਵੇਂ ਸਾਇੰਸ ਦੀ ਦੁਨੀਆ ਦੇ ਵਿੱਚ ਜਿਹੜਾ ਜੀਓ ਸੈਂਟਰਿਕ ਵਰਲਡ ਸੀ, ਤੁਹਾਨੂੰ ਪਤਾ ਧਰਤੀ ਨੂੰ ਸੈਂਟਰ ਪੁਆਇੰਟ ਮੰਨਿਆ ਗਿਆ ਸੀ, ਵੀ ਸੂਰਜ ਦੇ ਦੁਆਲੇ ਘੁੰਮਦਾ। ਤੇ ਕੈਪਰੀਕਨ ਥਿਊਰੀ ਜਿਹੜੀ ਆਈ ਸਾਇੰਸ ਦੀ, ਖਾਸ ਕਰਕੇ ਕਾਪਰਨਿਕਸ ਵੱਲੋਂ, ਉਸ ਤੋਂ ਬਾਅਦ ਗਲੀਲੀਓ, ਹੋਰ ਵਿਦਵਾਨਾਂ ਨੇ ਉਹਦੇ ਤੇ ਕੰਮ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਕਿਹਾ ਧਰਤੀ ਸੈਂਟਰ ਪੁਆਇੰਟ ਨਹੀਂ ਹੈ, ਅਸਲ ਦੇ ਵਿੱਚ ਹੀਲੀਓਸੈਂਟਰਿਕ ਬਣ ਗਿਆ ਵਰਲਡ, ਵੀ ਸੂਰਜ ਜਿਹੜਾ ਸੈਂਟਰ ਪੁਆਇੰਟ ਹੈ ਜਿਹੜਾ ਗਲੈਕਸੀ ਦਾ। ਸੇਮ ਇਸੇ ਤਰ੍ਹਾਂ ਪਹਿਲਾਂ ਜਿਹੜੀ ਰੱਬ ਦੀ ਵਿਆਖਿਆ ਸੀ ਨਾ, ਹੋਰ ਤਰੀਕੇ ਨਾਲ ਕੀਤੀ ਜਾਂਦੀ ਸੀ, ਵੀ ਇਹ ਸਾਰਾ ਵਰਲਡ ਜਿਹੜਾ ਗਾਡ ਸੈਂਟਰਿਕ ਸੀ, ਵੀ ਰੱਬ ਜਿਹੜਾ ਸੁਪਰੀਮ ਪਾਵਰ ਹੈ, ਜੋ ਉਹਦੀ ਮਰਜ਼ੀ ਹੁੰਦੀ ਉਹ ਹੀ ਵਾਪਰਦਾ। ਦੁਨੀਆ ਦੇ ਅੰਦਰ ਅੱਗ ਨਾਲ ਆਬਾਦੀ ਤਬਾਹ ਹੋ ਜਾਣੀ, ਪ੍ਰੀਸਟਲੀ ਕਲਾਸ ਨੇ ਕਹਿਣਾ ਵੀ ਇਹ ਬੰਦੇ ਦੀ ਕੀਤੀ ਹੋਈ ਕਰਮਾਂ ਦੀ ਸਜ਼ਾ ਹੈ ਤੇ ਰੱਬ ਨੂੰ ਇਹ ਮਨਜ਼ੂਰ ਸੀ। ਫਲੱਡ ਨਾਲ ਦੁਨੀਆ ਦੇ, ਜਾਂ ਹਵਾ ਦੇ ਨਾਲ ਕੋਈ ਤਬਾਹੀ ਹੋਣੀ, ਜਾਂ ਕੁਦਰਤ ਦੇ ਵਿੱਚ ਕੁਝ ਵੀ ਵਾਪਰਦਾ ਸੀ, ਉਹਦੀ ਬੰਦੇ ਕੋਲ ਕੋਈ ਵੀ ਜਿਹੜੀ ਸਮਝਣ ਦੀ ਸਮਰੱਥਾ ਨਾ ਹੋਣ ਕਰਕੇ ਉਹਦੇ ਬਾਰੇ ਇਹ ਹੀ ਵਿਆਖਿਆ ਕੀਤੀ ਜਾਂਦੀ ਸੀ ਵੀ ਸ਼ਾਇਦ ਰੱਬ ਦੀ ਇਸ ਤਰ੍ਹਾਂ ਦੀ ਰਜ਼ਾ ਹੈ। ਉਸ ਤੋਂ ਬਾਅਦ ਜਦੋਂ ਜਿਹਨੂੰ ਕਿਹਾ ਜਾਂਦਾ ਨਾ ਇਨਲਾਈਟਨਮੈਂਟ ਪੀਰੀਅਡ, ਜਿਹਦੇ ਵਿੱਚ ਸਾਰੀ ਹਿਊਮੈਨਿਟੀ ਦੇ ਵਿੱਚ ਚੰਗੇ ਸਾਇੰਟੀਫਿਕ ਵਿਆਖਿਆ ਹੋਣੀ ਸ਼ੁਰੂ ਹੋਈ, ਉਦੋਂ ਨੇਚਰ ਨੂੰ ਸੈਂਟਰ ਮੰਨਿਆ ਗਿਆ। ਆਪਾਂ ਪਿਛਲੇ ਜਿਹੜੇ ਦੀਵਾਨਾਂ 'ਚ ਸਮਝ ਲਿਆ ਵੀ ਗੁਰੂ ਨਾਨਕ ਸਾਹਿਬ ਨੇ ਜਿਹੜੇ ਰੱਬ ਦੀ ਰਜ਼ਾ ਦੀ ਗੱਲ ਕੀਤੀ ਨਾ, ਇਹ ਇੰਨਾ ਇੰਪ੍ਰੈਸਿਵ ਹੈ ਵੀ ਅੱਜ ਜਿਹੜਾ ਨਾਨ ਬਲੀਵਰ ਬੰਦਾ ਹੈ ਨਾ, ਜਿਹੜਾ ਬੰਦਾ ਕਹਿੰਦਾ ਵੀ ਅੱਜ ਧਰਮ ਦੀ ਲੋੜ ਨਹੀਂ, ਸਾਇੰਟੀਫਿਕ ਟੈਂਪਰਾਮੈਂਟ ਪੈਦਾ ਕਰਨ ਦੀ ਲੋੜ ਹੈ, ਗੁਰਬਾਣੀ ਦੀ ਇੱਕ ਪੰਕਤੀ ਨੂੰ ਵੀ ਚੈਲੰਜ ਨਹੀਂ ਕੀਤਾ ਜਾ ਸਕਦਾ ਇੰਨਾ ਵਧੀਆ ਤੇ ਸਾਇੰਟੀਫਿਕ ਟੈਂਪਰਾਮੈਂਟ ਪੈਦਾ ਕਰਨ ਦੇ ਲਈ ਜੋ ਗੁਰੂ ਨਾਨਕ ਸਾਹਿਬ ਜੀ ਨੇ ਯਤਨ ਕੀਤਾ। ਸਾਡਾ ਜਿਹੜਾ ਰੱਬ ਦਾ ਇਹ ਇੰਨਾ ਇੰਪ੍ਰੈਸਿਵ ਹੈ ਵੀ ਅੱਜ ਜਿਹੜਾ ਨਾਨ ਬਲੀਵਰ ਬੰਦਾ ਹੈ ਨਾ, ਜਿਹੜਾ ਬੰਦਾ ਕਹਿੰਦਾ ਵੀ ਅੱਜ ਧਰਮ ਦੀ ਲੋੜ ਨਹੀਂ, ਸਾਇੰਟੀਫਿਕ ਟੈਂਪਰਾਮੈਂਟ ਪੈਦਾ ਕਰਨ ਦੀ ਲੋੜ ਹੈ, ਗੁਰਬਾਣੀ ਦੀ ਇੱਕ ਪੰਕਤੀ ਨੂੰ ਵੀ ਚੈਲੰਜ ਨਹੀਂ ਕੀਤਾ ਜਾ ਸਕਦਾ ਇੰਨਾ ਵਧੀਆ ਤੇ ਸਾਇੰਟੀਫਿਕ ਟੈਂਪਰਾਮੈਂਟ ਪੈਦਾ ਕਰਨ ਦੇ ਲਈ ਜੋ ਗੁਰੂ ਨਾਨਕ ਸਾਹਿਬ ਜੀ ਨੇ ਯਤਨ ਕੀਤਾ। ਸਾਡਾ ਜਿਹੜਾ ਰੱਬ ਦਾ ਪਿਛਲੇ ਦਿਨ ਹੀ ਅਸੀਂ ਸਰੂਪ ਸਮਝਿਆ ਨਾ, ਕਿਸੇ ਮੈਟਾਫਿਜ਼ੀਕਲ ਵਰਲਡ ਦੇ ਅੰਦਰ ਨਹੀਂ, ਇਹ ਸੰਸਾਰ ਕੁਦਰਤੀ ਹੈ, ਇਹ ਵਿਸ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਇਹਦੇ ਜਿਹੜੇ ਅਸੂਲ ਨੇ ਨਾ, ਕੁਦਰਤ ਦੇ ਲਾਜ਼ ਆਫ ਨੇਚਰ, ਜਿਹਨੂੰ ਅੱਜ ਜਿੱਥੇ ਸਾਇੰਸ ਜਾਂ ਅੱਜ ਦੀ ਸਾਰੀ ਐਜੂਕੇਸ਼ਨ ਬੇਸ ਹੈ, ਜਿਹਦੇ ਲਈ ਸਰਕਾਰਾਂ ਬੜਾ ਜ਼ੋਰ ਲਾ ਰਹੀਆਂ, ਗੁਰੂ ਸਾਹਿਬ ਉਸ ਰਜ਼ਾ ਦੀ ਗੱਲ ਕਰ ਰਹੇ ਨੇ, ਹੁਕਮ ਦੀ। ਉਹ ਹੁਕਮ ਦਾ ਮਤਲਬ ਨਿਯਮ, ਦੂਸਰੀ ਪੌੜੀ ਦੇ ਵਿੱਚ ਗੁਰੂ ਸਾਹਿਬ ਨੇ ਟੋਟਲੀ ਬਿਆਨ ਕੀਤਾ ਹੈ
ਇਹਦਾ ਮਤਲਬ ਹੁਕਮ ਰਜ਼ਾਈ। ਰੱਬ ਕੀ ਹੈ? ਆ ਸਾਰੀ ਕੁਦਰਤ ਦਾ ਦਿਸਦਾ ਜਿਹੜਾ ਸਟਰਕਚਰ ਹੈ, ਟੈਂਜੀਬਲ ਹੈ, ਉਹ ਅਕਾਲ ਪੁਰਖ ਵਾਹਿਗੁਰੂ ਦੇ ਰੂਪ ਦੇ ਵਿੱਚ ਗੁਰੂ ਸਾਹਿਬ ਨੇ ਇਸ ਯੂਨੀਵਰਸ ਨੂੰ ਮੈਨੀਫੈਸਟੇਸ਼ਨ ਆਫ ਲਾਰਡ ਜਾਂ ਗॉड ਮੰਨਿਆ ਹੈ। ਦੂਸਰਾ, ਇਹਦੇ ਜਿੰਨੇ ਅਸੂਲ ਨੇ ਨਾ ਉਹਨਾਂ ਨੂੰ ਫੋਲੋ ਕਰਨਾ। ਇਸ ਲਈ ਗੁਰੂ ਸਾਹਿਬ ਜੀ ਵੇਖੋ ਉਸ ਸਮੇਂ ਦੇ ਅਸੂਲ ਜਦੋਂ ਜਪਜੀ ਨੂੰ ਆਰੰਭ ਕਰਦੇ ਨੇ ਤੇ ਗੁਰੂ ਸਾਹਿਬ ਜੀ ਦੀ ਪਹਿਲੀ ਪੰਕਤੀ ਪੜ੍ਹੀਏ, ਸੋਚਾ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ। ਇਹ ਪ੍ਰੀਸਟਲੀ ਕਲਾਸ ਵੱਲੋਂ ਅਗਿਆਨਤਾ ਦੇ ਵਸ ਹੋ ਕੇ ਲੋਕਾਂ ਨੂੰ ਦਿੱਤਾ ਹੋਇਆ ਡਿਸਪਲਿਨ ਸੀ ਜਾਂ ਉਹਨਾਂ ਦੇ ਆਪਣੇ ਅਸੂਲ ਸਨ। ਜਿਵੇਂ ਕਿਹਾ ਜਾਂਦਾ ਸੀ ਵੀ ਜੇ ਬੰਦਾ ਸਾਰੀ ਜ਼ਿੰਦਗੀ ਪਾਪ ਕਰਦਾ ਰਿਹਾ ਤੇ ਹੁਣ ਪਾਪਾਂ ਨੂੰ ਦੂਰ ਕਰਨ ਦੇ ਲਈ ਉਹਨੂੰ ਕਿਸੇ ਇੱਕ ਥਾਂ ਤੇ ਕਿਸੇ ਤੀਰਥ ਤੇ ਜਾ ਕੇ ਇਸ਼ਨਾਨ ਕਰਨਾ ਚਾਹੀਦਾ। ਗੰਗਾ ਮਈਆ ਦੇ ਵਿੱਚ ਇਸ਼ਨਾਨ ਕਰੋ ਤੇ ਜਦੋਂ ਜੇ ਸਰੀਰ ਤੁਹਾਡਾ ਪਵਿੱਤਰ ਰਹੇਗਾ, ਸਰੀਰ ਨੂੰ ਸੁੱਚਾ ਰੱਖੋ ਤੇ ਇਹਦੇ ਨਾਲ ਅਸਲ ਦੇ ਵਿੱਚ ਤੁਹਾਨੂੰ ਜਿਹੜਾ ਰੱਬ ਦੀ ਪ੍ਰਾਪਤੀ ਹੋ ਜਾਏਗੀ, ਸਚਿਆਰਾ ਹੋ ਜਾਓਗੇ ਤੁਸੀਂ। ਉਹਨਾਂ ਦਾ ਜਿਹੜਾ ਆਪਣਾ ਅਸੂਲ ਸੀ। ਗੁਰੂ ਨਾਨਕ ਸਾਹਿਬ ਜੀ ਨੇ ਉਸ ਅੰਧ ਵਿਸ਼ਵਾਸ ਦਾ ਖੰਡਨ ਕੀਤਾ ਇੱਕ ਸ਼ਬਦ ਦੇ ਰਾਹੀਂ ਨਹੀਂ, ਸੈਂਕੜੇ ਸ਼ਬਦਾਂ ਰਾਹੀਂ। ਅੰਤਰ ਮੈਲ ਜੇ ਤੀਰਥ ਨਾਵੈ ਤਿਸ ਬੈਕੁੰਠ ਨਾ ਜਾਣਾ। ਗੁਰੂ ਸਾਹਿਬ ਜੀ ਨੇ ਕਿਹਾ ਪਾਪ ਕਰੈ ਪੰਚਾਂ ਕੇ ਵਾਸਰੇ। ਬੰਦਾ ਅੰਦਰ ਦੀ ਸੋਚ ਨੂੰ ਤੇ ਚੇਂਜ ਨਹੀਂ ਕਰ ਰਿਹਾ। ਕਾਮ ਕ੍ਰੋਧ ਲੋਭ ਮੋਹ ਹੰਕਾਰ, ਉਹਦੇ ਅੰਦਰ ਇਹ ਹਾਰਮੋਨ ਬੰਦੇ ਦੀ ਜਿਹੜੀ ਤਾਕਤ ਰੱਬ ਨੇ ਕੁਦਰਤ ਨੇ ਦਿੱਤੀ ਇਨੀਸ਼ੀਅਲ ਰੂਪ ਦੇ ਵਿੱਚ, ਇਹ ਪੋਟੈਂਸ਼ੀਅਲ ਹੈ। ਜੇ ਬੰਦਾ ਇਹਨੂੰ ਗਿਆਨ ਰਾਹੀਂ ਚੈਨਲਾਈਜ਼ ਕਰ ਲੇ ਐਨਰਜੀ ਨੂੰ ਤੇ ਬੰਦਾ ਤੇ ਬੜੇ ਕੰਮ ਕਰ ਸਕਦਾ ਕੁਦਰਤ ਤੇ, ਪਰ ਬੰਦਾ ਉਹ ਕੰਮ ਨਹੀਂ ਕਰ ਰਿਹਾ। ਇਸ ਐਨਰਜੀ ਨੂੰ ਡਿਸਟਰਕਟਿਵ ਵੇ ਦੇ ਵਿੱਚ ਯੂਜ਼ ਕਰ ਰਿਹਾ। ਜੇ ਇਸ ਤਰ੍ਹਾਂ ਯੂਜ਼ ਕਰ ਰਿਹਾ ਪੰਜਾਂ ਵਿਕਾਰਾਂ ਦੇ ਵਸ ਹੋ ਕੇ, ਬੰਦੇ ਦੀ ਸੁਸਾਇਟੀ ਤੇ ਬੰਦਾ ਇੰਡੀਵਿਜੂਅਲੀ ਤੌਰ ਤੇ ਗਲਤ ਹੈ ਤੇ ਉਹ ਤੇ ਕਰ ਰਿਹਾ, ਪਾਪ ਕਰ ਰਿਹਾ ਲੋਕਾਂ ਦੇ ਨਾਲ। ਪਾਪ ਕਰਾਂ ਪੰਚਾਂ ਕੇ ਵਾਸਰੇ। ਫਿਰ ਪ੍ਰੀਸਟਲੀ ਕਲਾਸ ਨੇ ਡਿਸਪਲਿਨ ਦਿੱਤਾ, ਤੀਰਥ ਨਹਾਏ ਕਹਾਂ ਸਭ ਉਤਰੇ। ਵੀ ਤੀਰਥ ਤੇ ਨਹਾਲਾ ਤੇ ਆਪ ਹੀ ਸਮਝ ਲੈ, ਭਾਵੇਂ ਤੈਨੂੰ ਮੈਸੇਜ ਨਹੀਂ ਆਇਆ। ਜਿਵੇਂ ਅਸੀਂ ਕਹਿੰਦੇ ਨਾ ਗੁਰਦੁਆਰੇ ਵੀ ਬੰਦਾ ਬਾਹਰ ਗੁਨਾਹ ਕਰਕੇ ਹੁੰਦਾ ਤੇ ਗੁਰਦੁਆਰੇ ਅਰਦਾਸ ਕਰਦਾ ਵੀ ਗੁਰੂ ਸਾਹਿਬ ਜੀ ਰੱਬਾ ਮੈਨੂੰ ਬਖਸ਼ ਲਈ। ਨੋ ਡਾਊਟ ਵੀ ਜੇ ਬੰਦਾ ਅੱਗੇ ਤੋਂ ਸੁਧਰ ਕੇ ਚੱਲੇ ਤੇ ਕੋਈ ਗੱਲ ਬਣ ਸਕਦੀ ਹੈ ਵੀ ਬੰਦੇ ਦੀ ਘੱਟੋ ਘੱਟ ਆਦਤ ਜਿਹੜੀ ਇਹ ਧਰਮ ਦਾ ਆਸਰਾ ਲੈ ਕੇ ਬੰਦਾ ਸੁਧਾਰ ਵਾਲੇ ਰਾਹ ਤੇ ਚੱਲ ਸਕਦਾ। ਪਰ ਬੰਦਾ ਆਪ ਹੀ ਸਮਝ ਲੈਂਦਾ, ਬੰਦੇ ਨੂੰ ਕੋਈ SMS ਤੇ ਆਂਦਾ ਨਹੀਂ ਵੀ ਹੁਣ ਮੇਰੇ ਜਿਹੜੀ ਗੁਨਾਹ ਕੀਤਾ ਸੀ ਹੁਣ ਉਹ ਮਾਫ ਹੋ ਗਿਆ ਤੇ ਹੁਣ ਮੈਂ ਆਜ਼ਾਦ ਹਾਂ ਪਿਛਲੇ ਕੀਤੇ ਹੋਏ ਕ੍ਰਾਈਮ ਤੋਂ। ਤੇ ਤੀਰਥ ਨਹਾਏ ਕਹਾਂ ਸਭ ਉਤਰੇ, ਆਪ ਹੀ ਸਮਝ ਲੈਂਦਾ ਸੀ ਉਤਰ ਗਏ ਨੇ। ਬਹੁਰ ਕਮਾਵਾ ਹੋਏ ਨਿਸ਼ੰਕ। ਬੰਦਾ ਜਿਹੜਾ ਨਿਸ਼ੰਕ ਹੋ ਕੇ ਹੋਰ ਕਮਾਣਾ ਸ਼ੁਰੂ ਕਰ ਦਿੰਦਾ ਸੀ। ਜੰਪੁਰ ਬਾਂਧ ਖਰੇ ਕਾਲੰਕ। ਤੇ ਫਿਰ ਇੱਥੇ ਹਿੰਦੁਸਤਾਨ 'ਚ ਕੀ ਸੀ, ਬੰਦਾ ਸਰੀਰਕ ਪਵਿੱਤਰਤਾ ਤੇ ਵੀ ਧਰਮ ਦੇ ਕੰਮ ਕਰਨੇ ਨੇ, ਬਿਲਕੁਲ ਅਨਲੱਗ ਧਰਮ ਕੱਪੜੇ ਪਾ ਕੇ, ਜਿਹੜੇ ਪਵਿੱਤਰ ਕੱਪੜੇ। ਇਸੇ ਤਰ੍ਹਾਂ ਜੇ ਕੋਈ ਭੋਜਨ ਤਿਆਰ ਕਰਨਾ ਤੇ ਜਿਹਨੂੰ ਸਵੈਮ ਪਾਕੀ ਵੀ ਬਿਲਕੁਲ ਕਿਸੇ ਦੂਜੇ ਦਾ ਹੱਥ ਨਹੀਂ ਲੱਗਣ ਦੇਣਾ। ਅੱਜ ਕਈ ਵਾਰੀ ਨਾ ਅੰਮ੍ਰਿਤਧਾਰੀ ਵੀ ਦੂਸਰੇ ਦਾ ਅਸਲ ਦੇ ਵਿੱਚ ਤਿਆਰ ਕੀਤਾ ਹੋਇਆ ਕਈ ਵਾਰੀ ਪ੍ਰਸ਼ਾਦਾ ਨਹੀਂ ਸਕਦੇ। ਇਹੋ ਜਿਹੀਆਂ ਵੀ ਸੰਪਰਦਾਵਾਂ ਸਾਡੇ 'ਚ ਹੈ ਨੇ। ਤੇ ਬੰਦਾ ਇਹ ਵਹਿਮ ਭਰਮ ਪਾਲ ਰਿਹਾ ਸੀ ਵੀ ਸਰੀਰ ਦੀ ਸੁਚਮਤਾ ਰਹਿਣ ਦੇ ਨਾਲ ਰੱਬ ਸ਼ਾਇਦ ਮੈਨੂੰ ਕਬੂਲ ਕਰ ਲਏਗਾ। ਪਰ ਜਿਹੜੀ ਕੁਦਰਤ ਦੇ ਵਿੱਚ ਅਸੀਂ ਰਹਿ ਰਹੇ ਹਾਂ ਨਾ, ਇਹਦਾ ਸਿਸਟਮ ਕੀ ਹੈ ਜੇ ਇਹਨੂੰ ਸਮਝੀਏ, ਇਹਦੇ 'ਚ ਕੁਝ ਵੀ ਸੂਚਾ ਨਹੀਂ ਹੈ। ਕਹੋ ਪੰਡਤ ਸੂਚਾ ਕੌਣ ਥਾਉ, ਜਹਾਂ ਬੈਸ ਹੋਂ ਭੋਜਨ ਖਾਉ। ਤੇ ਮਾਤਾ ਝੂਠੀ ਪਿਤਾ ਵੀ ਝੂਠਾ, ਝੂਠੇ ਹੀ ਫਲ ਲਾਗੇ ਆਵੇਂ ਝੂਠੇ, ਜਾਹੇ ਵੀ ਝੂਠੇ, ਝੂਠੇ ਮਰਾਂ ਅਪਾਗੇ। ਆ ਜਿਹੜੀ ਧਰਤੀ ਤੇ ਅਸੀਂ ਬੈਠੇ ਆ ਨਾ, ਪਹਿਲੀ ਵਾਰੀ ਨਹੀਂ ਬੈਠੇ। ਤੇ ਜੇ ਵਿਗਿਆਨਕ ਨਜ਼ਰੀਏ ਨਾਲ ਵੇਖੋ, ਹਜ਼ਾਰਾਂ ਜੀਵਾਂ ਦੇ ਜਿਹੜੇ ਅਸੀਂ ਮੁਰਦਾ ਘਾਟ ਦੇ ਉੱਤੇ ਹਰ ਥਾਂ ਤੇ ਬੈਠੇ ਆ, ਫੋਸਿਲ ਜਿਹੜੇ ਨੇ ਉਹਨਾਂ ਦੇ ਇੱਥੇ ਧਰਤੀ ਦੇ ਉੱਤੇ ਹੀ ਨੇ। ਤੇ ਬਾਬਾ ਫਰੀਦ ਜਿਹੜਾ ਕਹਿੰਦੇ ਨੇ ਨਾ, ਫਰੀਦਾ ਜਿਸ ਆਸਣ ਹਮ ਬੈਠੇ ਕੇਤੇ ਬੈਸ ਗਿਆ। ਤੇ ਜਿਹੜੀ ਤੁਸੀਂ ਵੇਖੋ ਹਵਾ ਲੈਂਦੇ ਆ ਆਪਾਂ, ਬੰਦਾ ਜਿੰਨਾ ਮਰਜ਼ੀ ਯਤਨ ਕਰੇ ਤੇ ਬੰਦਾ ਸ਼ੂਦਰਾਂ ਦੇ ਨਾਲ, ਕਈਆਂ ਨੂੰ ਕਹਿ ਕੇ ਨਾ ਸ਼ੂਦਰ ਨਫ਼ਰਤ ਕਰਦਾ ਸੀ ਬੰਦਾ ਬੰਦੇ ਨਾਲ, ਬੰਦਾ ਜਾਨਵਰਾਂ ਨਾਲ ਵੀ ਨਫ਼ਰਤ ਕਰੇ, ਪਰ ਹਵਾ ਦਾ ਕੋਈ ਪ੍ਰਬੰਧ ਨਹੀਂ ਹੈ। ਵੇਖੋ ਤੁਸੀਂ ਕਈ ਵਾਰੀ ਨਾ ਇੱਥੇ ਤੇ ਹੋਰ ਤਰੀਕੇ ਨਾਲ ਜਿਹੜੇ ਪੈਟਸ ਨੇ, ਡੌਗ ਵਗੈਰਾ ਨੂੰ ਟਰੀਟ ਕਰਦੇ ਨੇ ਲੋਕ। ਕਈ ਵਾਰੀ ਗੋਰੇ ਲੋਕ ਉਹਨਾਂ ਦੇ ਮੂੰਹ 'ਚ ਬਿਸਕੁਟ ਪਾ ਕੇ ਆਪ ਵੀ ਖਾ ਲੈਂਦੇ ਨੇ, ਪਰ ਇੰਡੀਅਨ ਬੰਦੇ ਸਾਰੇ ਨਹੀਂ ਕਰਦੇ, ਥੋੜ੍ਹੀ ਜਿਹੀ ਨਫ਼ਰਤ ਹੁੰਦੀ ਹੈ। ਪਰ ਹਵਾ ਜਿਹੜੀ ਹੈ ਉਹਦੇ ਸਾਰੇ ਜਾਨਵਰ ਵੀ ਲੈ ਰਹੇ ਨੇ ਤੇ ਸਾਨੂੰ ਵੀ ਲੈਣੀ ਪੈਂਦੀ। ਤੁਸੀਂ ਵੱਡੇ ਤੋਂ ਵੱਡੇ ਅੰਮ੍ਰਿਤਧਾਰੀ ਹੋਵੋ ਜਾਂ
ਕਿਸੇ ਵੀ ਧਰਮ ਨੂੰ ਫੋਲੋ ਕਰਨ ਵਾਲੇ ਹੋਵੋ। ਆ ਜਿਹੜਾ ਸ਼ੰਕਰਾਚਾਰਿਆ ਨਾ ਹਿੰਦੂ ਵੀਰਾਂ ਦਾ ਗੁਰੂ, ਉਹਨੇ ਕਈ ਵਾਰੀ ਹਿੰਦੁਸਤਾਨ ਨੂੰ ਗੌਰਮੈਂਟ ਨੂੰ ਕਹਿ ਕੇ, ਕਿਉਂਕਿ ਉਹਨਾਂ ਦੀ ਪੋਲੀਟੀਕਲ ਪਾਵਰ ਚੱਲਦੀ ਹੈ, ਉਹਨੇ ਇਜਾਜ਼ਤ ਲਈ ਸੀ ਵੀ ਜਦੋਂ ਮੈਂ ਏਅਰਪੋਰਟ ਤੇ ਆਵਾਂ ਮੈਨੂੰ ਕੋਈ ਬੰਦਾ ਚੈੱਕ ਨਾ ਕਰੇ, ਹੱਥ ਨਾ ਲਾਏ, ਤਾਂ ਕਿ ਕਿਉਂਕਿ ਮੈਂ ਪਿੱਟ ਜਾਣਾ, ਮੈਂ ਅਸਲ ਦੇ ਵਿੱਚ ਇਸ਼ਨਾਨ ਪਾਣੀ ਕਰਕੇ ਆਇਆ ਹੁੰਦਾ, ਧਰਮ ਦੇ ਕੰਮ ਅੱਗੇ ਜਾ ਕੇ ਕਰਨੇ ਹੁੰਦੇ ਨੇ, ਇਸ ਕਰਕੇ ਚੈਕਿੰਗ ਨਹੀਂ ਹੋਣੀ ਚਾਹੀਦੀ। ਤੇ ਉਹਨਾਂ ਨੂੰ ਉਹ ਮਿਲੀ ਵੀ ਇਜਾਜ਼ਤ, ਪਰ ਅੰਦਰ ਪਲੇਨ ਦੇ ਬਹਿ ਕੇ ਲੋਕੀ ਵਾਈਨ ਪੀ ਰਹੇ ਹੁੰਦੇ ਨੇ, ਲੋਕੀ ਜਿਹੜੇ ਦੂਜੇ ਬੰਦਾ ਉਹਦੇ 'ਚ ਤੇ ਕੁਝ ਨਹੀਂ ਕਰ ਸਕਦਾ, ਉੱਥੇ ਤੇ ਸਵਾਸ ਆ ਹੀ ਰਹੇ ਨੇ। ਅਸਲ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਪਾਣੀ ਦਾ ਗਲਾਸ ਅਸੀਂ ਪੀਂਦੇ ਆ ਨਾ, ਜਾਂ ਹੱਥ ਧੋ ਕੇ ਕਹਿੰਦੇ ਆ ਵੀ ਪਵਿੱਤਰ ਹੋ ਗਿਆ, ਇਹ ਐਵੈਪੋਰੇਟ ਹੋ ਕੇ ਜਾਂਦਾ, ਤੁਹਾਨੂੰ ਪਤਾ, ਤੇ ਸਾਡੇ ਸਵਾਸਾਂ ਤੋਂ ਤਾਂ ਨਹੀਂ ਜਾਂਦਾ ਨਾ। ਜਾਨਵਰ ਵੀ ਜਿਹੜੇ ਉਹਨਾਂ ਦੀ ਸਵੈਟਿੰਗ ਹੁੰਦੀ ਹੈ, ਕਈ ਮਰੇ ਹੋਏ ਜਾਨਵਰ ਨੇ, ਉਹਨਾਂ ਦਾ ਵੀ ਅੰਦਰ ਬਾਡੀ ਦਾ ਪਾਣੀ ਉੱਤੇ ਜਾਂਦਾ, ਤੇ ਉਹ ਸਾਰਾ ਇਕੱਠਾ ਹੋ ਕੇ ਸਾਡੇ ਗਲਾਸ 'ਚ ਜਦੋਂ ਆਉਂਦਾ ਨਾ, ਉਹ ਅਸੀਂ ਪਹਿਲੀ ਵਾਰੀ ਨਹੀਂ ਪੀ ਰਹੇ, ਅਸੀਂ ਭੁਲੇਖੇ ਦੇ ਵਿੱਚ ਹਾਂ। ਉਹ ਅਸਲ ਦੇ ਵਿੱਚ ਕਰੋੜਾਂ ਵਾਰੀ ਪਹਿਲਾਂ ਪੀਤਾ ਜਾ ਚੁੱਕਾ। ਅਸਲ ਵਿੱਚ ਜਿਹੜਾ ਗਲਾਸ ਪਾਣੀ ਦਾ ਅਸੀਂ ਪੀ ਰਹੇ ਹਾਂ, ਜਾਂ ਭਾਵੇਂ ਇੱਥੋਂ ਤੱਕ ਵੀ ਧਰਮ ਦੀ ਡਿਸ਼, ਕਿਸੇ ਮੰਦਿਰ ਦੀ ਖੀਰ ਬਣਾਉਣੀ ਹੋਵੇ, ਜਾਂ ਗੁਰਦੁਆਰੇ ਦੇ ਵਿੱਚ ਕੜਾਹ ਪ੍ਰਸ਼ਾਦ ਵੀ ਅਸੀਂ ਤਿਆਰ ਕਰਨਾ ਪਏ, ਉਹ ਪਹਿਲੀ ਵਾਰੀ ਨਹੀਂ ਤਿਆਰ ਕਰ ਰਹੇ। ਉਹ ਅਸਲ ਦੇ ਵਿੱਚ ਰਿਸਾਈਕਲ ਹੋ ਕੇ ਕਰੋੜਾਂ ਅਰਬਾਂ ਵਾਰੀ ਕੁਦਰਤ ਦੇ ਵਿੱਚ ਸਦੀਆਂ ਤੋਂ ਆ ਰਿਹਾ ਹੈ, ਉੱਤੇ ਜਾ ਰਿਹਾ, ਵੈਪੋਰੇਸ਼ਨ ਹੋ ਕੇ ਫਿਰ ਆ ਰਿਹਾ ਹੈ। ਇਸ ਕਰਕੇ ਬੰਦੇ ਕੋਲ ਕੋਈ ਪ੍ਰਬੰਧ ਨਹੀਂ ਹੈ ਕਿ ਉਹ ਜਿਹੜਾ ਚੀਜ਼ਾਂ ਨੂੰ ਸੁੱਚਾ, ਗੁਰੂ ਸਾਹਿਬ ਜੀ ਨੇ ਜ਼ਿਕਰ ਕੀਤਾ ਨਾ, ਪਾਣੀ ਜੂਠਾ, ਗੁਰਬਾਣੀ ਦੇ ਵਿੱਚ ਪੂਰੀਆਂ ਪੰਕਤੀਆਂ, ਪੂਰਾ ਸ਼ਬਦ ਹੈ। ਇਸ ਕਰਕੇ ਗੁਰੂ ਸਾਹਿਬ ਜੀ ਨੇ ਕਿਹਾ ਵੀ ਚੀਜ਼ਾਂ ਨੂੰ ਸੁੱਚਿਆਂ ਕਰਨ ਦੇ ਰਾਹ ਤੇ ਨਾ ਪਾਓ, ਤੇ ਤੁਹਾਨੂੰ ਇਹ ਮੰਨ ਲੈਣਾ ਚਾਹੀਦਾ ਹੈ, ਮਾਟੀ ਕਾ ਕਿਆ ਧੋਪੈ ਸੁਆਮੀ, ਮਾਨਸ ਕੀ ਗਤ ਇਹੀ, ਮਿੱਟੀ ਨੂੰ ਤੁਸੀਂ ਧੋ ਨਹੀਂ ਸਕਦੇ। ਇਸੇ ਤਰ੍ਹਾਂ ਗੁਰੂ ਸਾਹਿਬ ਨੇ ਕਿੰਨੇ ਸਾਇੰਟੀਫਿਕ ਖਿਆਲ ਦਿੱਤੇ, ਨਾਨਕ ਸੂਚੇ ਇਹ ਨਾ ਆਖੀਆਂ, ਬਹਿਣ ਜੇ ਪਿੰਡਾ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ, ਕਿ ਬੰਦਿਆ ਤੂੰ ਆਪਣੀ ਹਿਊਮੈਨਿਟੇਰੀਅਨ ਵੈਲਿਊ ਦੇ ਉੱਤੇ ਕੰਮ ਕਰਨਾ ਹੈ। ਅੰਦਰ ਦੀਆਂ ਬਿਰਤੀਆਂ ਨੂੰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਝੂਠ ਫਰੇਬ, ਇਹਨਾਂ ਨੂੰ ਛੱਡਣ ਦਾ ਯਤਨ ਕਰਨਾ। ਬਾਹਰ ਤੇ ਕੁਦਰਤ ਦਾ ਸਿਲਸਿਲਾ ਇਸੇ ਤਰ੍ਹਾਂ ਹੀ ਚੱਲਣਾ। ਇਹਦੇ ਤੇ ਬੰਦੇ ਜਿਹੜੇ ਧਰਤੀ ਤੋਂ ਜਾਣੇ ਨੇ, ਰਿਸਾਈਕਲ ਹੋ ਕੇ ਪਾਣੀ ਵੀ ਆਣਾ, ਇਹਨਾਂ ਤੱਤਾਂ ਨਾਲ ਵਾਰ-ਵਾਰ ਹਿਊਮੈਨਿਟੀ ਦਾ ਜਿਹੜਾ ਵਾਹ ਪੈਣਾ ਹੈ। ਇਸ ਕਰਕੇ ਸਿੱਖ ਧਰਮ ਦੇ ਵਿੱਚ ਸੁੱਚਮ ਨਹੀਂ, ਸਫਾਈ ਦਾ ਖਿਆਲ ਰੱਖਿਆ ਗਿਆ। ਹਾਂ, ਅਸੀਂ ਸਫਾਈ ਵੀ ਬਿਮਾਰੀਆਂ ਨਾਲ, ਡਿਜ਼ੀਜ਼ ਨਾ ਅੱਗੇ ਪੈਦਾ ਹੋਣ, ਉਹਦਾ ਅਸੀਂ ਪ੍ਰੀਕਾਸ਼ਨ ਲੈਣਾ ਹੈ, ਪਰ ਅਸਲ ਦੇ ਵਿੱਚ ਸੋਚਮ ਝੂਠ ਨੂੰ ਗੁਰਬਾਣੀ ਨਹੀਂ ਜਿਹੜੀ ਮੰਨਦੀ। ਇਸ ਕਰਕੇ ਹਰ ਚੀਜ਼ ਕੁਦਰਤ ਦੇ ਵਿੱਚ ਰਿਸਾਈਕਲ ਹੋ ਰਹੀ ਹੈ। ਇਸੇ ਤਰ੍ਹਾਂ ਗੁਰੂ ਸਾਹਿਬ ਜੀ ਨੇ ਅਗਲਾ ਖਿਆਲ ਦਿੱਤਾ ਵੀ ਚੁੱਪ ਨਾ ਹੋ ਬਈ ਜੇ ਲਾਏ ਰਹਾ ਲਿਵਤਾਰ। ਦੂਸਰਾ ਸੀ ਮੈਡੀਟੇਸ਼ਨ ਦਾ ਰਾਹ। ਅੱਜ ਨਾ ਤੁਹਾਨੂੰ ਪਤਾ ਐਂਜ਼ਾਈਟੀ ਬੜੀ ਵੱਧ ਰਹੀ ਹੈ, ਡਿਪਰੈਸ਼ਨ, ਤੇ ਕਈ ਲੋਕ ਵੱਖ-ਵੱਖ ਰੰਗ ਬਰੰਗੀਆਂ ਮੈਡੀਟੇਸ਼ਨ ਦੀਆਂ ਪद्धਤੀਆਂ, ਮੈਥਡ ਨੇ, ਉਹ ਲਾਂਚ ਕਰ ਰਹੇ ਨੇ। ਤੇ ਕੋਈ ਵੀ ਲਾਂਚ ਕਰ ਸਕਦਾ ਬ੍ਰੇਨ ਦੇ ਲਈ, ਕਹਿੰਦੇ ਨੇ ਕੰਮ ਕਰਦੀਆਂ। ਤੇ ਅਸਲ ਦੇ ਵਿੱਚ ਉਹ ਕਈ ਧਾਰਮਿਕ ਲੋਕ ਇਹਦੇ ਬਾਰੇ ਵੀ ਕਹਿ ਰਹੇ ਨੇ, ਵੇਖੋ ਜੀ ਬੰਦਾ ਇਹ ਪਰਵਾਹ ਨਹੀਂ ਸੀ ਕਰਦਾ ਸਾਡੀ, ਤੇ ਅੱਜ ਜਦੋਂ ਐਂਜ਼ਾਈਟੀ ਵੱਧ ਰਹੀ ਫਿਰ ਧਰਮ ਵੱਲ ਮੁੜ ਰਿਹਾ। ਹਾਲਾਂਕਿ ਉਹ ਜਿਹੜੀ ਮੈਡੀਟੇਸ਼ਨ ਦਾ ਰਾਹ ਦੇ ਰਹੇ ਨੇ ਨਾ, ਗੁਰੂ ਨਾਨਕ ਸਾਹਿਬ ਦੇ ਲਈ ਉਹ ਧਰਮ ਨਹੀਂ ਹੈ, ਉਹ ਜਿਹੜਾ ਇੱਕ ਅੰਧ ਵਿਸ਼ਵਾਸ ਹੈ। ਕਿਵੇਂ? ਜਿਵੇਂ ਇੱਕ ਤੇ ਅਨਹਦ ਨਾਦ ਸੁਣਨ ਦੀ ਗੱਲ ਕਰਦੇ ਨੇ ਵੀ ਸਾਰੇ ਦਰਵਾਜ਼ੇ ਤੁਸੀਂ ਬੰਦ ਕਰ ਲਓ ਤੇ ਇੱਥੇ ਧਿਆਨ ਜੋੜ ਲਓ। ਕਈ ਤੇ ਲਾਈਟ ਜੀ ਜਗਾ ਕੇ ਬਿੰਦੂ ਤੇ ਕੰਸਨਟਰੇਟ ਕਰਦੇ ਨੇ, ਕਈ ਬੰਦਾ ਤਾਰੇ ਦੇ ਉੱਤੇ ਲੋ ਦੇ ਨਾਲ ਆਪਣਾ ਧਿਆਨ ਕਰ ਰਿਹਾ, ਕੋਈ ਅੱਖਾਂ ਦੇ ਇੱਥੇ ਧਿਆਨ ਟਿਕਾਉਂਦਾ ਹੈ। ਤੇ ਕਹਿੰਦੇ ਨੇ ਲਗਾਤਾਰ ਚੁੱਪ ਰਹਿਣ ਦੇ ਨਾਲ, ਮੌਨ ਧਾਰਨ ਕਰਨ ਦੇ ਨਾਲ ਅੰਦਰੋਂ ਹੀ ਬੰਦੇ ਦੀਆਂ ਆਵਾਜ਼ਾਂ ਸੁਣਨੀਆਂ ਸ਼ੁਰੂ ਹੋ ਜਾਂਦੀਆਂ, ਜਿਹਨੂੰ ਅਨਹਦ ਨਾਦ ਕਿਹਾ ਜਾਂਦਾ। ਹਾਲਾਂਕਿ ਹੁਣ ਡਾਕਟਰਾਂ ਨੇ ਦੱਸ ਦਿੱਤਾ ਵੀ ਅਸੀਂ ਕਿਵੇਂ ਸੁਣਨੇ ਆ, ਇਹਦਾ ਅਸਲੀ ਰੀਜ਼ਨ ਕੀ ਹੈ। ਅੱਜ ਜਦੋਂ ਬੋਲ ਰਿਹਾ ਨਾ ਕੋਈ, ਏਅਰ ਪਾਰਟੀਕਲਸ ਜਾ ਰਹੇ ਨੇ ਸਾਡੇ ਕੰਨ ਦੇ, ਈਅਰ ਡਰਮਸ ਜਿਹੜੇ ਨੇ ਇਹਨਾਂ ਦੇ ਅੰਦਰ ਵਾਈਬ੍ਰੇਸ਼ਨ ਪੈਦਾ ਕਰਦੇ ਨੇ। ਇਹ ਵਾਈਬ੍ਰੇਸ਼ਨ ਅੱਗੇ ਜਿਹੜੀ ਔਸੀਕਲਸ ਨੇ ਉੱਥੇ ਤੱਕ ਭੇਜਦੇ ਨੇ। ਫਿਰ ਅੱਗੇ ਕੋਕੈਲੀਆ ਹੁੰਦਾ ਹੈ, ਤੁਹਾਨੂੰ ਪਤਾ, ਜਿਹਦੇ 'ਚ ਲਿਕੁਇਡ ਹੈ, ਤੇ ਉਹਦੇ 'ਚ ਜਿਹੜੀਆਂ ਏਅਰ ਨਰਵਸ ਹੁੰਦੀਆਂ ਨਾ, ਹੇਅਰ ਨਰਵਸ, ਉਹ ਇਲੈਕਟ੍ਰਿਕ ਜਿਹੜੇ ਮੈਸੇਜ ਪੈਦਾ ਕਰਦੀਆਂ ਜਿੱਥੇ ਬ੍ਰੇਨ ਤੱਕ ਪਹੁੰਚਦਾ, ਤੇ ਤਾਂ ਸਾਡਾ ਬ੍ਰੇਨ ਸੁਣਦਾ, ਇਹ ਸੁਣਦਾ ਗੱਲ। ਫਿਰ ਬ੍ਰੇਨ ਜਿਹੜਾ ਨਾ, ਇਹਦੇ 'ਚ ਇੰਨੀ ਪਾਵਰ ਹੈ, ਇਹ ਇਮੈਜਿਨ ਕਰਕੇ ਜਦੋਂ ਬੰਦਾ ਸੁੱਤਾ ਹੁੰਦਾ ਹੈ ਨਾ, ਉਦੋਂ ਸਾਨੂੰ ਤਸਵੀਰਾਂ ਦਿਖਾ ਦਿੰਦਾ, ਅਸੀਂ ਸਮੈਲ ਕਰਨੇ ਆ, ਕਈ ਵਾਰੀ ਟੱਚ ਕਰ ਰਹੇ ਹੁੰਦੇ ਆ ਕਿਸੇ ਨੂੰ, ਇਸ ਤਰ੍ਹਾਂ ਦੇ ਅਹਿਸਾਸ ਪੈਦਾ ਕਰ ਦਿੰਦਾ। ਸੇਮ ਇਸੇ ਤਰ੍ਹਾਂ ਇੱਕ ਟਿਨੀਟਸ ਬਿਮਾਰੀ ਅੱਜ
15 ਤੋਂ 20% ਲੋਕਾਂ ਨੂੰ ਜਿਹੜੀ ਇਹ ਬਿਮਾਰੀ ਹੈ ਇੱਥੇ ਹਰ ਥਾਂ ਤੇ। ਉਸ ਕਰਕੇ ਉਹਨਾਂ ਨੂੰ ਸਪੈਸ਼ਲ ਕਿਸਮ ਦਾ ਸਾਊਂਡ ਲਗਾਤਾਰ ਦਿਨ ਰਾਤ ਸੁਣਦਾ ਹੀ ਮਹਿਸੂਸ ਹੁੰਦਾ ਹੈ। ਉਹਨਾਂ ਨੂੰ ਲੱਗਦਾ ਵੀ ਅਨਹਦ ਰਾਤ ਵੱਜਣ ਲੱਗ ਪਿਆ। ਤੇ ਗੁਰੂ ਸਾਹਿਬ ਜੀ ਨੇ ਕਿਹਾ ਚੁੱਪ ਹੈ ਚੁੱਪ ਨਾ ਹੋ ਬਈ, ਜੇ ਲਾਏ ਰਹਾ ਲਿਵਤਾਰ। ਸਦੀਆਂ ਤੁਸੀਂ ਸਮਾਧੀ ਲਾ ਕੇ ਬੈਠੇ ਰਹੋ, ਜਿਹੜਾ ਸਾਊਂਡ ਆਫ ਸਾਇਲੈਂਸ ਸੁਣਦੇ ਰਹੋ ਜਾਂ ਸਪੈਸ਼ਲ ਕਿਸਮ ਦੀ ਮੈਡੀਟੇਸ਼ਨ ਕਰੋ, ਇਹਦੇ ਨਾਲ ਨਹੀਂ ਗੱਲ ਬਣੇਗੀ। ਗੱਲ ਬਣੇਗੀ ਅਸਲ ਦੇ ਵਿੱਚ ਧਰਮ ਦੇ ਡਿਸਪਲਿਨ ਨੂੰ ਅਪਣਾ ਕੇ। ਇਹਦਾ ਮਤਲਬ ਇਹ ਹੈ ਵੀ ਗੁਰੂ ਸਾਹਿਬ ਨੇ ਸਾਨੂੰ ਹਿਊਮਨ ਬੀਇੰਗ ਨੂੰ ਜਿਹੜਾ ਡਿਸਪਲਿਨ ਤੇ ਪ੍ਰਿੰਸੀਪਲਸ ਦੇ ਉੱਤੇ ਕੰਮ ਕਰਨ ਦੇ ਲਈ ਕਿਹਾ ਹੈ, ਜਿਸ ਕਰਕੇ ਅੰਦਰੋਂ ਅਸੀਂ ਚੰਗੇ ਇਨਸਾਨ ਬਣਨਾ ਹੈ, ਜਿਹਨੂੰ ਸਚਿਆਰਾ ਕਿਹਾ ਹੈ, ਕਿਉਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ। ਇਸ ਕਰਕੇ ਇੱਥੇ ਹੀ ਵਿਚਾਰਾਂ ਦੀ ਸਮਾਪਤੀ ਹੈ। ਤੇ ਗੁਰੂ ਸਾਹਿਬ ਜੀ ਕਿਰਪਾ ਕਰਨ, ਜੇ ਫਿਰ ਕਦੇ ਸਮਾਂ ਮਿਲਿਆ ਇੱਥੋਂ ਆਪਾਂ ਕੰਟੀਨਿਊ ਕਰ ਸਕਾਂਗੇ। ਗਲਤੀਆਂ ਭੁੱਲਾਂ ਦੀ ਖਿਮਾ ਕਰਦੇ ਹੋਏ ਪ੍ਰਬੰਧਕ ਸੱਜਣਾ ਦਾ ਧੰਨਵਾਦ, ਇੱਥੋਂ ਦੇ ਸਟਾਫ ਦਾ, ਸਾਧ ਸੰਗਤ ਦਾ, ਕਿਉਂਕਿ ਮੈਨੂੰ ਪਹਿਲੀ ਵਾਰੀ ਆਉਣ ਦਾ ਮੌਕਾ ਮਿਲਿਆ, ਪਰ ਕਾਫੀ ਸਾਧ ਸੰਗਤ ਦੇ ਵਿੱਚੋਂ ਜਿਹੜੇ ਸੱਜਣ ਸੀ ਸੱਚਾਈ ਨੂੰ ਐਕਸੈਪਟ ਕਰਦੇ ਸੀ। ਤੇ ਮੈਨੂੰ ਇੱਥੇ ਆ ਕੇ ਚੰਗਾ ਫੀਲ ਹੋਇਆ ਵੀ ਘੱਟੋ ਘੱਟ ਗੁਰਬਾਣੀ ਦੇ ਅਸੂਲਾਂ 'ਤੇ ਕੰਮ ਕਰਨ ਦੇ ਲਈ ਜੇ ਕਰਨਾ ਹੋਵੇ, ਤੇ ਅੱਜ ਸਿੱਖਾਂ ਦੇ ਵਿੱਚ ਵੀ ਇਹੋ ਜਿਹੀ ਰੁਚੀ ਹੈ ਵੀ ਬਹੁਤ ਸਾਰੇ ਸੱਚ ਵੀ ਸੁਣਨ ਲਈ ਤਿਆਰ ਨੇ। ਗੁਰੂ ਸਾਹਿਬ ਜੀ ਮਿਹਰ ਕਰਨ, ਅਸੀਂ ਸੱਚਾਈ ਨੂੰ ਜੇ ਚੰਗੇ ਢੰਗ ਦੇ ਨਾਲ ਵਿਆਖਿਆ ਕਰਕੇ ਸਮਝ ਸਕੀਏ ਤੇ ਅਸੀਂ ਬਹੁਤ ਕੁਝ ਕਰ ਸਕਦੇ ਹਾਂ। ਸੁਸਾਇਟੀ ਦੇ ਵਿੱਚ ਉਹੋ ਜਿਹਾ ਸਮਾਜ ਜਿਹੜਾ ਗੁਰੂ ਸਾਹਿਬ ਨੇ ਸਿਰਜਿਆ ਸੀ, ਸਿਰਜਿਆ ਜਾ ਸਕਦਾ ਹੈ। ਹੁਣ ਸਮੁੱਚੇ ਪ੍ਰਬੰਧਕਾਂ ਦਾ, ਗੁਰੂ ਗ੍ਰੰਥ ਸਾਹਿਬ ਜੀ ਦਾ, ਸਟਾਫ ਦਾ, ਸਾਰੀ ਸੰਗਤ ਦਾ ਸਮੂਹਕ ਰੂਪ ਦੇ ਵਿੱਚ ਧੰਨਵਾਦ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।